ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੈ। ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਤਰ। ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ। ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਭਟ ਬੇਨਤ ਕਹੈ। ਜੋ ਗੁਰੂ ਨਾਮ ਹਿਰਦ ਮੈਂ ਧਰੈ ਸੋ ਜਨਮ ਮਰਨ ਦੁਹੂੰ ਤੇ ਰਹੈ। ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਸਾਹਿਬ ਜੀ। ਸ਼੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰੇ ਗੁਰ ਪਾਈਐ ਹਰ ਨਾਮ ਦੇ ਦ੍ਰਿੜਾਏ। ਬਿਨ ਗੁਰ ਕਿਨੈ ਨਾਮ ਪਾਇਓ ਬਿਰਥਾ ਜਨਮ ਗਵਾਏ। ਮਨ ਮੁਖ ਕਰਮ ਕਮਾਵਣੇ ਦਰਗਹ ਮਿਲੈ ਸਜਾਏ। ਕਿਰਪਾ ਕਰੇ ਗੁਰ ਪਾਈਐ ਹਰ ਨਾਮ ਦੇ ਦ੍ਰਿੜਾਏ। ਬਿਨ ਗੁਰ ਕਿਨੈ ਨਾਮ ਪਾਇਓ ਬਿਰਥਾ ਜਨਮ ਗਵਾਏ। ਮਨ ਮੁਖ ਕਰਮ ਕਮਾਵਣੇ ਦਰਗਹ ਮਿਲੈ ਸਜਾਏ। ਮਨ ਰੇ ਦੂਜਾ ਭਾਉ ਚੁਕਾਏ ਅੰਤਰ ਤੇਰਾ ਹਰ ਵਸੈ। ਗੁਰ ਸੇਵਾ ਸੁਖ ਪਾਏ। ਰਹਾਉ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ। ਹਰ ਕਾ ਨਾਮ ਮਨ ਵਸੈ ਹਉਮੈ ਕ੍ਰੋਧ ਨਿਵਾਰ। ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੋਖ ਦੁਆਰ। ਹਉਮੈ ਵਿੱਚ ਜਗ ਬਿਨ ਸਦਾ ਮਰ ਜੰਮੈ ਆਵੈ ਜਾਏ। ਮਨ ਮੁਖ ਸ਼ਬਦ ਨਾ ਜਾਣਨੀ ਜਾਸਨ ਪਤ ਗਵਾਏ।
गुर सेवा नाउ पाईऐ, सच्चे राह समाए। सत शब्द मन्नै गुर पाईऐ, विचों आप गवाए। आन दिन भगत करे सदा, साचे की लिव लाए। नाम पदार्थ मन वसिया, नानक सहज समाए। शब्द मन्नै गुर पाईऐ, विचों आप गवाए। आन दिन भगत करे सदा, साचे की लिव लाए। नाम पदार्थ मन वसिया, नानक सहज समाए। वाहिगुरु जी का खालसा, वाहिगुरु जी की फतेह। परम सत्कारयोग गुरु रूप गुरु की प्यारी साध संगत जीओ, ये पावन शब्द श्री राग विच तीजे पातशाह धन गुरु अमरदास महाराज जी के पवित्र मुख तो उचारण होया। धन श्री गुरु ग्रंथ साहिब महाराज जी के पावन अंग 33 और 34 पर सुभायमान है। इस पावन शब्द की विचार आप जी नूं सरवण करवा रहे ने सिख कौम के महान विद्वान सत्कारयोग ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ। ਆਓ ਬੜੇ ਪਿਆਰ ਦੇ ਨਾਲ ਗੁਰਸ਼ਬਦ ਦੀ ਵਿਚਾਰ ਸਰਵਣ ਕਰੀਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਬਾਣੀ 'ਤੇ ਆਧਾਰਿਤ ਧੰਨ ਲਿਖਾਰੀ ਨਾਨਕਾ ਦੀ ਲੜੀ ਤਹਿਤ ਪੰਜਵਾਂ ਸਮਾਗਮ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਵਿੱਚੋਂ ਪ੍ਰਮੁੱਖ ਸਿਧਾਂਤਾਂ ਦੀ ਵਿਆਖਿਆ ਅਤੇ ਕੀਰਤਨ ਸਮਾਗਮ ਕੱਲ੍ਹ 27 ਤਰੀਕ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੌਂਕ ਚੌਖੰਡੀ ਤਿਲਕ ਨਗਰ ਵਿਖੇ ਸ਼ਾਮ 7 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲਾ ਪ੍ਰਕਾਸ਼ ਗੁਰਪੁਰਬ 28 ਤਰੀਕ ਨੂੰ ਹੈ। ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਮੋਤੀ ਬਾਗ ਵਿਖੇ 28 ਤਰੀਕ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਵਿਸ਼ੇਸ਼ ਦੀਵਾਨ ਸੱਜਣਗੇ। 29 ਤਰੀਕ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰਤਾ ਗੱਦੀ ਗੁਰਪੁਰਬ ਹਨ। 30 ਤਰੀਕ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਅਤੇ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਗੁਰਪੁਰਬ ਹਨ। ਇਹਨਾਂ ਪਵਿੱਤਰ ਦਿਹਾੜਿਆਂ 'ਤੇ ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਹੱਥੀਂ ਸੇਵਾ ਕਰਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰੋ। ਭਾਈ ਸਾਹਿਬ ਜੀ ਦਾ ਆਪਣੇ ਪਾਸ 3 ਦਿਨ ਦਾ ਸਮਾਂ ਹੈ। ਆਪ ਜੀ ਨੂੰ ਜੀ ਆਇਆਂ। ਆਓ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀਓ ਕਨ ਹਰ ਬੂੰਦ ਬਸੋ ਰੂ ਮਾਵਲ ਕੁਸਮ ਬਸੰਤ ਗਣੰਤ ਨ ਆਵੈ ਰਵ ਸਸ
किरण उधर सागर को, गंग तरंग अंत को पावै। रुद्र ध्यान ज्ञान सतगुर को, कब जन भल उन्हें जो गावै। भले अमरदास गुण तेरे, तेरी उपमा तोहे बन आवे। कहाँ बुद्ध प्रभ तुच्छ हमारी, बरन सकै महिमा जो तिहारी। हम ना सख्त कर सिफत तुम्हारी, आप लिहो तुम कथा सुधारी। सतगुरु दीन दुनिया दे पातशाह, दसां पातशाहियां दे प्रकाश स्वरूप गुरता गद्दी ते विराजमान धन धन श्री गुरु ग्रंथ साहिब महाराज जीओ, सतगुरु गरीब नवाज गुरु हरकृष्ण साहिब महाराज जी के चरण छू प्राप्त अस्थान गुरुद्वारा बंगला साहिब विखे हर रोज़ की तरह आप जी गुरु दरबार विच गुरु चरनां विच पहुँचे हो। गुरबाणी कीर्तन आसा दी वार दा कीर्तन सरवण कीता। उपरंत भाई साहब जी ने आप जी नूं चल रही लड़ीवार गुरबाणी दी विचार विचों श्री राग विच तीजे पातशाह गुरु अमरदास पातशाह जी दे वचन सरवण करवाए हैं, जो कि हजूर दे अंग 33 और 34 ते सुभाएमान हैं। गुरु अमरदास पातशाह जी ने अपने जीवन दे विच गुरु की सेवा करके वेखी है, प्रैक्टिकल किया है, और फिर उहदे विचों जो प्रकाश होया, जो ज्ञान प्राप्त होया, जो अवस्था बनी है, उसका फिर उस गुरु जोत के रूप दे विच इलाही बाणी का आप जी ने उच्चारण किया। जो शब्द आप जी ने सुनिया है, मुख तौर ते दो गल्लां इहदे विच, एक तां रहाओ दी तुक दे विच है कि मन रे दूजा भाव चुकाए। ये रहाओ दी तुक है ते शुरू हुंदा शब्द किरपा करे गुर पाईऐ हर नामों दे दिरड़ाए। दोवें गल्लां दा आपस विच बड़ा डूंघा संबंध है। नाम नूं दृढ़ करना, नाम नूं पक्का करना, ते वो पक्का तां हो सकदा है जे मन की भावना एक पासे हो जाए। तां गुरु साहब ने कहा भी दूजा भाव चुकाए। दूजा भाव का मतलब की है कि जदों मन गुरु की गल नूं सुनदा भी है, समझदा भी है, अर्थ भी पढ़दा है, अर्थ भी सुनदा है और कथा कीर्तन भी करदा है, पर उहदी जिहड़े मन की तवज्जो है, जो मन का विश्वास है, वो गुरु ते नहीं हुंदा। उन्हां गल्लां ते गुरु दे उपदेश दे उत्ते वो पूरी तरह दृढ़ता दे नाल, पकियाई दे नाल कह लो, हिरदे दे पद्धर ते नहीं जुड़दा, दिमाग दे पद्धर ते जुड़ जांदा है। दिमाग दे पद्धर ते असीं भी जुड़ जाने हां। साडे कोल अज तां हुण प्रबंध हो गया, हुण फोन ही साडे फोनां दे विच अर्थ ने।
ਅਸੀਂ ਟੈਸਟ ਕਰਦੇ ਰਹਿੰਦੇ ਹਾਂ ਵੀ ਅਰਥ ਕਿਹੜੇ ਨੇ ਚੰਗੀ ਗੱਲ ਹੈ। ਇਹ ਦਿਮਾਗ ਦੀ ਖੋਜ ਹੈ, ਇਹ ਹਿਰਦੇ ਦੀ ਨਹੀਂ ਹੈ। ਹਿਰਦੇ ਤੱਕ ਸ਼ਬਦ ਸੁਣਨ ਨਾਲ ਜਾਏਗਾ। ਜਦੋਂ ਪਾਠ ਕਰਨਾ ਉਦੋਂ ਪੜ੍ਹੋ, ਉਦੋਂ ਅਰਥ ਸਮਝੋ, ਉਦੋਂ ਸਿੱਖੋ, ਸਾਰਾ ਕੁਝ ਚੰਗੀ ਗੱਲ ਹੈ। ਪਰ ਜਦੋਂ ਕੀਰਤਨ ਕਥਾ ਸੁਣਨੀ ਹੈ ਉਦੋਂ ਪੜ੍ਹਨ ਨਾਲ ਕੋਈ ਸੰਬੰਧ ਨਹੀਂ ਹੈ, ਉਦੋਂ ਸੰਬੰਧ ਸੁਣਨ ਦੇ ਨਾਲ ਹੈ। ਸੁਣਨ ਦੇ ਨਾਲ ਹੀ ਸੁਰਤੀ ਅੰਦਰ ਜਾਏਗੀ ਅਤੇ ਸੁਣਨ ਦੇ ਨਾਲ ਜਦੋਂ ਸੁਰਤੀ ਅੰਦਰ ਜਾਏਗੀ ਤਾਂ ਉਸ ਸ਼ਬਦ ਨੂੰ ਆਪਣੇ ਅੰਦਰੋਂ ਮਹਿਸੂਸ ਕਰੇਗੀ। ਪਰ ਜਦੋਂ ਅਸੀਂ ਕੁਝ ਬਾਹਰ ਵੇਖ ਰਹੇ ਹਾਂ, ਉਹ ਸਮਝਣ ਵਾਸਤੇ ਠੀਕ ਹੈ, ਵਿਚਾਰ ਵਾਸਤੇ ਠੀਕ ਹੈ, ਕਿਉਂਕਿ ਮਨ ਵੀ ਸਾਡਾ ਇੱਕ ਤਸੱਲੀ ਮੰਗਦਾ, ਇੱਕ ਪ੍ਰੂਫ ਮੰਗਦਾ, ਇੱਕ ਸਬੂਤ ਮੰਗਦਾ। ਪਰ ਨਾਮ ਨੇ ਦ੍ਰਿੜ ਕਿਸ ਤਲ 'ਤੇ ਅਸੀਂ ਧਰਮ ਕਮਾ ਰਹੇ ਹਾਂ, ਇਹ ਅਲੱਗ-ਅਲੱਗ ਲੇਵਲ ਨੇ, ਅਲੱਗ-ਅਲੱਗ ਤਲ ਨੇ। ਇੱਕ ਹੈ ਸਰੀਰ ਦੇ ਤਲ 'ਤੇ ਅਸੀਂ ਜਿਉਂਦੇ ਹਾਂ, ਇੱਥੋਂ ਸ਼ੁਰੂ ਕਰਨਾ। ਪਹਿਲਾ ਸਟੈਪ ਹੈ ਸਰੀਰ ਦੇ ਤੌਰ 'ਤੇ ਬਾਣਾ ਹੈ, ਸਰੀਰ ਦੇ ਤੌਰ 'ਤੇ ਗੁਰੂ ਦੀ ਸਿੱਖੀ ਹੈ, ਕੇਸ ਹੈ, ਦਸਤਾਰ, 5 ਕਕਾਰ ਹਨ। ਇਹ ਸਰੀਰ ਦਾ ਧਰਮ ਹੈ, ਸਰੀਰ ਦੀ ਸਿੱਖੀ ਹੈ। ਜਦੋਂ ਇਸ ਪੌੜੀ 'ਤੇ ਆਉਂਦਾ ਪਹਿਲਾਂ ਇਹਦੀ ਕਮਾਈ ਕਰਨੀ ਪੈਂਦੀ ਹੈ। ਜਦੋਂ ਇਹਦੀ ਕਮਾਈ ਇਹ ਕਲਾਸ ਪਾਸ ਕਰ ਲਏਗਾ ਫਿਰ ਜਾਏਗਾ ਸੋਚ ਮੰਡਲ ਦੇ ਵਿੱਚ ਧਰਮ, ਵੀ ਗੁਰੂ ਸਾਹਿਬ ਕੀ ਕਹਿ ਰਹੇ ਨੇ। ਉੱਥੇ ਹੁਣ 2 ਤਰ੍ਹਾਂ ਦੇ ਲੋਕ ਹਾਂ ਅਸੀਂ। ਇੱਕ ਤਾਂ ਇਹ ਕਿ ਜਿਹੜੇ ਕੰਮ ਮੈਂ ਕਰ ਰਿਹਾ ਉਹ ਵਿੱਚੋਂ ਪੁਣ ਕੇ ਕੱਢ ਲਏ ਵੀ ਮੈਂ ਆਹ ਕੰਮ ਕਰ ਸਕਣਾ। ਗੁਰੂ ਸਾਹਿਬ ਨੇ ਭਾਵੇਂ ਆਹ ਕੰਮ ਕਿਹਾ ਪਰ ਮੈਂ ਇੰਨਾ ਕੁ ਕਰ ਸਕਣਾ। ਚੰਗੀ ਗੱਲ ਹੈ ਜਿੰਨੇ % ਕਰੇ, ਪਰ ਪੁਣ ਕੇ ਪੀਤਾ ਹੋਇਆ ਗਿਆਨ ਸਾਧ ਸੰਗਤ ਜੀ ਜੀਵਨ 'ਤੇ ਕੋਈ ਬਹੁਤਾ ਅਸਰ ਨਹੀਂ ਕਰਦਾ। ਪੁਣ ਕੇ ਪੀਤਾ ਹੋਇਆ ਦੁੱਧ ਵੀ ਸਰੀਰ ਦੇ ਉੱਤੇ ਕੋਈ ਤਾਕਤ ਨਹੀਂ ਲਿਆਉਂਦਾ। ਸਾਬਤ ਗਿਆਨ ਹੁਣ ਦਿਮਾਗ ਸੁਣਦਾ ਹੈ, ਮਨ ਸੁਣਦਾ ਹੈ ਅਤੇ ਉਹ ਵਿੱਚੋਂ ਛੱਡੀ ਜਾਂਦਾ, ਪਰੇ ਕਰੀ ਜਾਂਦਾ। ਨਹੀਂ, ਇਹ ਗੱਲ ਜਾਂ ਤਾਂ ਕਹਿੰਦਾ ਵੀ ਇਹ ਹੈ ਨਹੀਂ, ਜਾਂ ਕਹਿੰਦਾ ਇਹ ਮੈਂ ਕਰ ਹੀ ਨਹੀਂ ਸਕਦਾ, ਮੇਰੇ ਤੋਂ ਹੁੰਦਾ ਹੀ ਨਹੀਂ। ਇਹ ਦਿਮਾਗ ਦੀ ਸਾਰੀ ਘਾੜਤ ਹੈ। ਔਰ ਸਾਧ ਸੰਗਤ ਜੀ ਬੇਨਤੀ ਕਰਾਂ, ਧਾਰਮਿਕ ਦੁਨੀਆ ਦਾ 90% ਲੋਕ ਜਿਹੜੇ ਨੇ ਉਹ ਦਿਮਾਗ ਦੇ ਤਲ 'ਤੇ ਰੁਕੇ ਹੋਏ ਨੇ, ਦੂਜੀ ਪੌੜੀ 'ਤੇ ਬੈਠੇ ਹੋਏ ਨੇ, ਦੂਜੇ ਥਾਂ 'ਤੇ ਬੈਠੇ। ਬਸ ਸੋਚੀ ਜਾਣਗੇ ਔਰ ਵਿਚਾਰੀ ਜਾਣਗੇ ਔਰ ਪੜ੍ਹੀ ਜਾਣਗੇ ਔਰ ਸੁਣੀ ਜਾਣਗੇ। ਇਹ ਨਹੀਂ ਕਿ ਸੁਣਨਾ ਪੜ੍ਹਨਾ ਮਾੜਾ ਹੈ। ਬਾਣੀ ਤੇ ਮਹਾਰਾਜ ਕਹਿੰਦੇ ਪੜ੍ਹੋ ਅਤੇ ਸੁਣੋ, ਵਿਚਾਰੋ ਵੀ, ਇਸ ਨੂੰ ਵਿਚਾਰ ਵੀ ਕਰੋ, ਪਰ ਰੁਕਣਾ ਨਹੀਂ ਹੈ। ਕਿਉਂਕਿ ਜਿੱਥੇ ਵਿਚਾਰ ਚੱਲਦੇ ਉੱਥੇ ਆਨੰਦ ਨਹੀਂ ਆ ਸਕਦਾ। ਆਪਾਂ ਜਾਣਾ ਆਨੰਦ ਤੱਕ। ਜਿਵੇਂ 5 ਬਾਣੀਆਂ ਨਾ, ਪਹਿਲਾਂ ਜਪ ਤੋਂ ਗੱਲ ਸ਼ੁਰੂ ਹੁੰਦੀ ਹੈ, ਫਿਰ ਜਾਪ, ਫਿਰ ਅੰਮ੍ਰਿਤ ਸਵਈਏ, ਫਿਰ ਅਰਦਾਸ ਚੌਪਈ ਸਾਹਿਬ ਤੇ ਫਿਰ ਆਨੰਦ ਸਾਹਿਬ ਤੱਕ। ਮੰਜ਼ਿਲ ਸਾਡੀ ਆਨੰਦ ਹੈ। ਤਾਂ ਉਹ ਵਿਚਾਰ 'ਤੇ ਨਹੀਂ ਰੁਕਣਾ, ਵਿਚਾਰ ਤੋਂ ਅੱਗੇ ਛਲਾਂਗ ਲਾਉਣੀ ਹੈ, ਅੱਗੇ ਤੁਰਨਾ। ਗੁਰੂ ਦੀ ਕਿਰਪਾ ਦੇ ਨਾਲ ਨਾਮ ਦ੍ਰਿੜ ਹਿਰਦੇ ਦੇ ਵਿੱਚ ਕਰਾਉਣਾ ਹੈ। ਹਿਰਦੇ ਦੇ ਵਿੱਚ ਮਤਲਬ ਪਿਆਰ ਦੇ ਵਿੱਚ, ਵੈਸੇ ਨਹੀਂ ਕਰਨਾ ਦਿਮਾਗੀ ਤੌਰ 'ਤੇ ਸਿਰਫ। ਇਹ ਤਾਂ ਕਸਰਤ ਹੈ, ਇਹ ਤਾਂ ਪੰਡਤ ਵੀ ਕਰਦੇ ਸੀ, ਇਹ ਤਾਂ ਅੱਜ ਅਸੀਂ ਵੀ ਗਿਆਨੀ ਲੋਕ ਕਰਦੇ ਹਾਂ। ਪਰ ਸਾਡੇ ਜੀਵਨ ਦੇ ਵਿੱਚੋਂ ਜਦੋਂ ਅਸੀਂ ਵਰਤਾਵ ਵਿੱਚ ਆਉਂਦੇ ਹਾਂ ਅਤੇ ਜੋ ਅਸੀਂ ਬੋਲਦੇ ਹਾਂ ਮਾਈਕਾਂ ਦੇ ਵਿੱਚ, ਉਹ ਸਾਡੇ ਜੀਵਨ ਵਿੱਚੋਂ ਨਹੀਂ ਦਿਸਦਾ, ਨਹੀਂ ਝਲਕਦਾ। ਸਾਡੀ ਹੋਂਦ ਦੇ ਵਿੱਚੋਂ, ਸਾਡੀ ਸ਼ਖਸੀਅਤ ਦੇ ਵਿੱਚੋਂ, ਸਾਡੇ ਬਹਿਣ ਖਲੋਣ ਬੋਲਣ ਦੇ ਵਿੱਚੋਂ, ਸਾਡੇ ਗੱਲਬਾਤ ਦੇ ਵਿੱਚੋਂ ਜਾਂ ਵਰਤਾਵਿਆਂ ਦੇ ਵਿੱਚੋਂ ਉਹ ਸ਼ਬਦ ਪ੍ਰਗਟ ਨਹੀਂ ਹੁੰਦਾ, ਨਾਮ ਦਾ ਰਸ ਪ੍ਰਗਟ ਨਹੀਂ ਹੁੰਦਾ। ਤਾਂ ਇਹ ਆਦਮੀ ਜਿਹੜਾ ਦਿਮਾਗ 'ਤੇ ਰੁਕ ਗਿਆ, ਹੁਣ ਉੱਥੋਂ ਅੱਗੇ ਚੱਲਣਾ। ਕਮਾਈ ਕਰਦਾ ਕਰਦਾ ਗੁਰੂ ਕਾ ਸਿੱਖ ਹੁਣ ਦ੍ਰਿੜਤਾ 'ਤੇ ਆਏਗਾ। ਪਹਿਲੀ ਪੰਕਤੀ ਤੋਂ ਵਿਚਾਰ ਆਰੰਭ ਕਰਨੇ ਆ। ਮਹਾਰਾਜ ਗਰੀਬ ਨਵਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਇਹ ਪਹਿਲਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ।
ਔਰ ਤੀਸਰੇ ਪਾਤਸ਼ਾਹ ਜੋਤ ਨੇ, ਗੁਰੂ ਜੋਤ ਨੇ ਤੀਜੇ ਘਰ ਦੇ ਵਿੱਚ, ਤੀਜੇ ਸਰੀਰ ਦੇ ਵਿੱਚ ਇਹ ਗਿਆਨ ਬਖਸ਼ਿਸ਼ ਕੀਤਾ ਹੈ। ਮਹਾਰਾਜ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਕਿਰਪਾ ਕਰੇ ਗੁਰ ਪਾਈਐ ਹਰ ਨਾਮੋ ਦੇ ਦਿਰੜਾਏ। ਹੁਣ ਇੱਕ ਹੁੰਦਾ ਗੁਰੂ ਨੂੰ ਨਮਸਕਾਰ ਕਰਨੀ, ਇੱਕ ਹੁੰਦਾ ਗੁਰੂ ਨੂੰ ਪਾ ਲੈਣਾ। ਪਾ ਲੈਣਾ, ਹੁਣ ਆਪਾਂ ਕਿੰਨੇ ਲੋਕਾਂ ਨੂੰ ਮਿਲਣੇ ਆ? ਆਪਾਂ ਹਜ਼ਾਰਾਂ ਲੋਕਾਂ ਨੂੰ ਮਿਲਣੇ ਆ, ਪਰ ਸੰਬੰਧ ਕਦੋਂ ਹੁੰਦਾ ਹੈ? ਜਦੋਂ ਅਸੀਂ ਕਿਸੇ ਦੇ ਨਾਲ ਨਿੱਜੀ ਤੌਰ ਤੇ ਜੁੜਨੇ ਆ। ਨਿੱਜੀ ਤੌਰ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਆਏ, ਨਮਸਕਾਰ ਕੀਤੀ, ਇਹ ਇੱਕ ਕਰਮ ਹੈ ਬੜਾ ਵਧੀਆ। ਆਪਾਂ ਗੁਰੂ ਦੇ ਅੱਗੇ ਝੁਕਨੇ, ਆਪਾਂ ਗੁਰੂ ਦੀਆਂ ਇੰਨੀਆਂ ਜਿਹੜੀਆਂ ਮਹਾਰਾਜ ਪਾਤਸ਼ਾਹ ਦੀਆਂ ਬਖਸ਼ਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੇ, ਝੁਕਨੇ ਆ, ਚੰਗੀ ਗੱਲ ਹੈ, ਪੂਜਾ ਹੈ। ਇੱਕ ਪਹਿਲੀ ਪੂਜਾ, ਇੱਕ ਪਹਿਲੀ ਪੂਜਾ ਹੈ। ਪਹਿਲਾਂ ਸਿੱਖ ਸਤਿਕਾਰ ਕਰਦਾ ਹੈ, ਭੇਟਾ ਕਰਦਾ ਹੈ, ਨਮਸਕਾਰ ਕਰਦਾ, ਪਰਿਕਰਮਾ ਕਰਦਾ ਹੈ, ਅਰਦਾਸ ਕਰਦਾ ਹੈ, ਆਪਣੇ ਜੀਵਨ ਦੀ ਅਰਦਾਸ ਕਰਦਾ। ਕੋਈ ਲੋੜ ਹੈ ਸੰਸਾਰ ਦੀ, ਉਹਦੀ ਵੀ ਅਰਦਾਸ ਕਰ ਸਕਦਾ ਹੈ। ਪਰ ਹੁਣ ਇੱਥੇ ਫਿਰ ਉਹੀ ਬੇਨਤੀ ਮੈਂ ਕਰਾਂ ਵੀ ਇੱਥੇ ਫਿਰ ਆ ਕੇ ਅਸੀਂ ਰੁਕ ਗਏ ਵੀ ਆਪਣਾ ਕੰਮ ਸੀ ਜਿਹੜਾ ਉਹ ਅਰਦਾਸ ਕੀਤੀ, ਉਹ ਗੁਰੂ ਦੇ ਨਾਲ ਨਿੱਜੀ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਨਿੱਜੀ ਸੰਪਰਕ ਹੈ ਕਿ ਸ਼ਬਦ ਦੇ ਨਾਲ ਜੁੜਨਾ ਪਏਗਾ, ਸ਼ਬਦ ਦੀ ਕਮਾਈ ਕਰਨੀ ਪਏਗੀ, ਅਭਿਆਸ ਕਰਨਾ ਪਏਗਾ, ਨਾਮ ਜਪਣਾ ਪਏਗਾ, ਨਿਤਨੇਮ ਕਰਨਾ ਪਏਗਾ। ਉਹ ਸਾਡਾ ਰੋਜ਼ ਦਾ ਚਾਹੀਦਾ ਹੈ। ਨਿਤਨੇਮ ਦਾ ਹੀ ਮਤਲਬ ਇਹ ਹੁੰਦਾ ਹੈ ਕਿ ਜੋ ਲਗਾਤਾਰ ਰਵੇ, ਜਿਹਦੇ ਵਿੱਚ ਨਾਗਾ ਨਹੀਂ ਪੈਣਾ ਚਾਹੀਦਾ, ਜਿਹਦੇ ਵਿੱਚ ਰੁਕਾਵਟ ਨਹੀਂ ਆਉਣੀ ਚਾਹੀਦੀ। ਫਿਰ ਉਹ ਹੌਲੀ ਹੌਲੀ ਕੀ ਹੁੰਦਾ ਹੈ, ਕਈ ਵਾਰੀ ਅਸੀਂ ਸੋਚਦੇ ਹਾਂ ਵੀ ਗੁਰੂ ਸਾਹਿਬ ਨੇ 1430 ਅੰਗ ਮਹਾਰਾਜ ਪਾਤਸ਼ਾਹ ਦੇ ਉਚਾਰਨ ਕੀਤੇ, ਪਰ ਬਾਣੀਆਂ 5 ਹੀ ਕਈਆਂ ਨੇ। ਉਹ ਮਹਾਰਾਜ ਨੇ ਸਹਿਜ ਪਾਠ ਵਾਸਤੇ, ਅਖੰਡ ਪਾਠ ਸਾਹਿਬ ਸੁਣੋ ਕਰੋ, ਇਹਦੇ ਵਾਸਤੇ, ਸਮਝਣ ਵਾਸਤੇ, ਵਿਚਾਰ ਵਾਸਤੇ ਹੈ। ਪਰ ਸ਼ਬਦ ਦਾ ਇੱਕ ਵਿਗਿਆਨ ਹੁੰਦਾ ਹੈ, ਮਨ ਦਾ ਇੱਕ ਹਿੱਸਾ ਅਚੇਤਨ ਹੈ। ਜਿਹੜੀ ਚੀਜ਼ ਨੂੰ ਵਾਰ-ਵਾਰ ਸੁਣਦਾ ਹੈ ਉਹ ਅਚੇਤਨ ਮਨ ਦੇ ਵਿੱਚ ਹੀ ਚਲੀ ਜਾਂਦੀ ਹੈ। ਜਿਹਨੂੰ ਵਾਰ-ਵਾਰ ਸੁਣਦਾ, ਹੌਲੀ ਹੌਲੀ ਸੁਣੀ ਜਾਂਦਾ। ਜਿਹੜੀਆਂ 5 ਬਾਣੀਆਂ, ਮੰਨ ਲਓ ਇੱਕ ਬੰਦੇ ਨੇ ਸਾਧ ਸੰਗਤ ਜੀ ਇੰਨੇ ਸਾਲ 5 ਬਾਣੀਆਂ ਪੜ੍ਹੀਆਂ, ਉਹਨਾਂ ਵਿੱਚੋਂ ਜਪਜੀ ਸਾਹਿਬ ਹੀ ਲੈ ਲਈ। ਜਪਜੀ ਸਾਹਿਬ 10 ਸਾਲਾਂ ਤੋਂ ਪੜ੍ਹ ਰਿਹਾ ਹੈ, ਕਿੰਨੇ ਹਜ਼ਾਰ ਵਾਰੀ ਪੜ੍ਹਿਆ ਗਿਆ, ਇੰਨੀ ਵਾਰੀ ਮਨ ਨੂੰ ਸੁਣਾਇਆ ਗਿਆ ਜਪਜੀ ਸਾਹਿਬ, ਤਾਂ ਅਣਚਾਹੇ ਵੀ, ਨਾ ਚਾਹੁੰਦੇ ਹੋਏ ਵੀ ਉਸ ਜਪਜੀ ਸਾਹਿਬ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਨ ਦੇ ਵਿੱਚ ਆਪਣੀ ਥਾਂ ਬਣਾਉਣੀ ਹੈ। ਪਰ ਥਾਂ ਤਾਂ ਬਣਾਏਗਾ ਜੇ ਇੱਕੋ ਹੀ ਬਾਣੀ ਰੋਜ਼ ਪੜ੍ਹੀ ਜਾਏਗੀ। ਕਈ ਵਾਰੀ ਇਹਦੇ ਉੱਤੇ ਅਸੀਂ ਸ਼ੰਕਾ ਕਰਨੇ ਹਾਂ ਵੀ ਉਹ ਹੀ ਰੋਜ਼ ਪੜ੍ਹੀ ਜਾਣੀ ਹੈ। ਇਹਦਾ ਸਾਨੂੰ ਜੇ ਮਹਾਰਾਜ ਕਿਰਪਾ ਕਰਨ ਤੇ ਪਤਾ ਲੱਗੇ, ਇਹ ਮਨੋਵਿਗਿਆਨ ਹੈ ਬੜਾ ਵੱਡਾ, ਮਾਨਸਿਕ ਕਿਰਿਆ ਹੈ ਬੜੀ ਵੱਡੀ। ਜਿਹੜੀ ਚੀਜ਼ ਨੂੰ ਆਪਾਂ ਵਾਰ-ਵਾਰ ਸੁਣਨੇ ਆ, ਵਾਰ-ਵਾਰ ਸੁਣਨੇ ਆ, ਉਹ ਹੌਲੀ ਹੌਲੀ ਆਪਣੀ ਡੂੰਘਾਈ ਬਣਾ ਕੇ ਵਿੱਚ ਨਿਸ਼ਾਨ ਪੈ ਜਾਂਦਾ ਹੈ, ਮਨ ਦੇ ਵਿੱਚ ਥਾਂ ਬਣਾ ਲੈਂਦਾ ਸ਼ਬਦ ਜਿਹੜਾ ਹੈ। ਤਾਂ ਹੀ ਮਹਾਰਾਜ ਕਹਿੰਦੇ, ਸੇਵਾ ਤੇਰੇ ਹੁਕਮ ਪਵੈ ਨਿਸ਼ਾਨ, ਤੋ ਕਰੋ ਸਾਹਿਬ ਕੀ ਸੇਵਾ। ਜਿਵੇਂ ਆਪਾਂ ਉਦਾਹਰਨ ਲੈਂਦੇ ਹਾਂ ਕਿ ਪੱਥਰ 'ਤੇ ਵੀ ਇੰਨਾ ਸਖਤ ਪੱਥਰ ਹੈ, ਉਹ ਖੂਹ ਦਾ ਜਿਹੜਾ ਮਣ ਹੈ, ਜਿਹੜਾ ਕਿਨਾਰਾ ਹੈ, ਉਹਦੇ ਉੱਤੇ ਇੱਕ ਰੱਸੀ ਵਾਰ-ਵਾਰ ਜਦੋਂ ਚੱਲਦੀ ਹੈ ਤਾਂ ਉਹ ਰੱਸੀ ਵੀ ਨਿਸ਼ਾਨ ਪਾ ਲੈਂਦੀ ਹੈ। ਪਰ ਤਾਂ ਨਿਸ਼ਾਨ ਪਾਏਗੀ ਜੇ ਇੱਕੋ ਥਾਂ 'ਤੇ ਚੱਲੇਗੀ, ਤਾਂ ਨਿਸ਼ਾਨ ਪਾਏਗੀ। ਜੇ ਥਾਂ ਬਦਲਦੇ ਰਹੇ ਫਿਰ ਨਹੀਂ ਚੱਲੇਗੀ। ਜੇ ਅਸੀਂ ਜ਼ਮੀਨ ਵਿੱਚੋਂ ਪਾਣੀ ਕੱਢਣਾ ਹੈ, 2 ਫੁੱਟ ਇੱਕ ਥਾਂ 'ਤੇ ਪੁੱਟ ਲਿਆ, 4 ਇੱਕ ਥਾਂ 'ਤੇ, 10 ਇੱਕ ਥਾਂ 'ਤੇ, ਇਹ ਤਾਂ ਦੁਬਦਾ ਹੈ। ਕਦੀ ਕਿਸੇ ਚੀਜ਼ ਵੱਲ ਮਨ ਭੱਜ ਪੈਂਦਾ ਹੈ। ਇਹ ਗੁਰਸਿੱਖਾਂ ਦੇ ਅਭਿਆਸੀ ਜੀਵਨ ਵਿੱਚ ਕਈ ਵਾਰੀ ਇਸ ਤਰ੍ਹਾਂ ਹੋਣ ਲੱਗ ਪੈਂਦਾ। ਜੇ ਕੋਈ ਜਪਜੀ ਸਾਹਿਬ ਪੜ੍ਹਦਾ, ਉਹ ਸੋਚਦਾ ਕਿ ਤੇ ਠੀਕ ਨਾ ਹੋਵੇ, ਮੈਂ ਹੋਰ ਕੁਝ ਪੜ੍ਹਾਂ। ਜੇ ਕੋਈ ਸੁਖਮਣੀ ਸਾਹਿਬ ਪੜ੍ਹਦਾ, ਫਿਰ ਕਹਿੰਦਾ ਹੋਰ ਕਰ ਲਾਂ, ਫਿਰ ਹੋਰ। ਉਹ ਭੱਜਦਾ, ਇਸ ਤਰ੍ਹਾਂ ਮਨ ਵਾਰ-ਵਾਰ ਥਾਂ ਬਦਲਦਾ। ਇਹ ਇੱਕ ਮਾਇਆ ਦਾ ਸਰੂਪ ਹੈ ਜੋ ਮਨ ਨੂੰ ਟਿਕਣ ਨਹੀਂ ਦਿੰਦਾ। ਇਸ ਲਈ ਮਹਾਰਾਜ ਨੇ ਕਿਹਾ ਵੀ 5 ਬਾਣੀਆਂ ਦਾ ਪਾਠ ਤੇ ਸਹਿਜ ਪਾਠ, ਬਾਣੀ ਸੁਣਨੀ, ਕੀਰਤਨ ਸੁਣਨਾ, ਇਹਦੇ ਨਾਲ ਹੌਲੀ ਹੌਲੀ
ਅੰਦਰ ਤਬਦੀਲੀ ਆਉਣੀ ਸ਼ੁਰੂ ਹੋ ਜਾਏਗੀ, ਅੰਦਰ ਬਦਲਣਾ ਸ਼ੁਰੂ ਹੋ ਜਾਏਗਾ। ਪਹਿਲਾਂ ਵਿਚਾਰਾਂ ਬਦਲਣਗੀਆਂ, ਫਿਰ ਭਾਵਨਾਵਾਂ ਬਦਲਣਗੀਆਂ। ਆ ਦੋ ਚੀਜ਼ਾਂ ਨੂੰ ਧਿਆਨ ਨਾਲ ਸੁਣਨਾ। ਵਿਚਾਰਾਂ ਹੋਰ ਹੁੰਦੀਆਂ ਨੇ, ਭਾਵਨਾਵਾਂ ਹੋਰ ਹੁੰਦੀਆਂ ਨੇ। ਵਿਚਾਰਾਂ ਉਹ ਹੁੰਦੀਆਂ ਨੇ ਜਿੱਥੇ ਅਸੀਂ ਆਪ ਅੰਦਰੋਂ ਨਹੀਂ ਵੀ ਕਰਨਾ ਚਾਹੁੰਦੇ ਤੇ ਵਿਚਾਰ ਉਵੇਂ ਦੇ ਸਾਡੇ ਵਿੱਚ ਅਸੀਂ ਕਰ ਸਕਦੇ ਹਾਂ, ਗੱਲਾਂ ਅਸੀਂ ਉਵੇਂ ਦੀਆਂ ਕਰ ਸਕਦੇ ਹਾਂ। ਇਹਨੂੰ ਵਿਚਾਰਧਾਰਾ ਕਹਿੰਦੇ ਨੇ। ਧਰਮ ਕੋਈ ਇਕੱਲਾ ਵਿਚਾਰਧਾਰਾ ਨਹੀਂ ਹੁੰਦਾ, ਵਿਚਾਰਧਾਰਾ ਤੇ ਸਾਰੇ ਲੋਕ ਕਰ ਲੈਂਦੇ ਨੇ। ਜਦੋਂ ਭਾਵਨਾ ਦੇ ਤਲ ਤੇ ਜਾਂਦਾ ਨਾ, ਹਿਰਦੇ ਦੇ ਤਲ ਤੇ ਨਾਮ ਜਾਂਦਾ ਹੈ, ਉਹਦਾ ਮਤਲਬ ਹੈ ਕਿ ਉਸ ਥਾਂ ਤੇ ਜਦੋਂ ਨਾਮ ਵਸ ਜਾਏ, ਉਹ ਹਿਰਦਾ ਕਿੱਥੇ ਹੈ? ਮਹਾਰਾਜ ਨੇ ਫਿਰ ਸਮਝਾਉਣ ਵਾਸਤੇ ਕਿਹਾ ਵੀ ਹਿਰਦੇ ਦੀ ਤੈਨੂੰ ਦੱਸ ਪਾਵਾਂ। ਸਿੱਧੀਆਂ ਜੀਆਂ ਗੱਲਾਂ ਕਰ ਦਿੱਤੀਆਂ, ਬਿਲਕੁਲ ਸਿੱਧੀਆਂ, ਪਤਾ ਲੱਗ ਜਾਏ ਆਮ ਬੰਦੇ ਨੂੰ ਹਿਰਦੇ ਦੇ ਵਿੱਚ ਨਾਮ ਕਿਵੇਂ ਵਸੇਗਾ। ਔਰ ਗੁਰੂ ਸਾਹਿਬ ਨੇ ਇਹ ਵੀ ਗੱਲ ਕਹੀ ਹੈ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ ਵਸਿਆ, ਉਹਨਾਂ ਦੀ ਮਾਂ ਨੂੰ ਜਿਹੜੀ ਇੱਕ ਰੋਗ ਹੁੰਦਾ ਹੈ ਬਾਂਝ ਪੁਣੇ ਦਾ, ਕਿ ਬੱਚਾ ਪੈਦਾ ਨਹੀਂ ਹੁੰਦਾ, ਉਹਦੀ ਮਾਂ ਬਾਂਝ ਹੁੰਦੀ ਤਾਂ ਚੰਗੀ ਗੱਲ ਸੀ, ਉਹ ਜੰਮਦਾ ਹੀ ਨਾ। ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁੰਝੀ ਦੇ ਫਿਰੈ ਬਿਨ ਨਾਵੈ, ਓਏ ਖੱਪ ਖੱਪ ਮੂਏ ਕਰਾਂਝਾ। ਹੁਣ ਹਿਰਦੇ ਕਿੱਥੇ? ਹਿਰਦਾ ਕਿੱਥੇ ਹੈ? ਦਿਮਾਗ ਵਿੱਚ ਤੇ ਅਸੀਂ ਵਸਾ ਲਾਂਗੇ ਧੱਕੇ ਨਾਲ, ਨਹੀਂ ਵੀ ਯਾਦ ਆਉਂਦਾ ਇੱਕ ਤੁਕ ਨੂੰ ਰਟੀ ਜਾਂਗੇ ਰਟੀ ਜਾਂਗੇ ਰਟੀ ਜਾਂਗੇ, ਉਹ ਸਟੋਰ ਸਿਸਟਮ ਦੇ ਵਿੱਚ ਜਮ੍ਹਾਂ ਹੋ ਜਾਏਗਾ। ਜ਼ਿਆਦਾ ਧਾਰਮਿਕ ਲੋਕ ਦਿਮਾਗ ਦੇ ਸਟੋਰ ਦੇ ਵਿੱਚ ਬੈਠੇ ਨੇ, ਉੱਥੇ ਤੋਲੀ ਜਾਂਦੇ ਨੇ, ਫਲਾਣਾ ਕੀ ਕਹਿੰਦਾ, ਫਲਾਣਾ ਕੀ ਕਹਿੰਦਾ, ਮੈਂ ਉਹਦੀ ਕਥਾ ਸੁਣੀ, ਮੈਂ ਉਹਦੀ ਸੁਣੀ, ਮੈਂ ਉਹਦੀ ਸੁਣੀ। ਆਪਣੀ ਵੀ ਸੁਣੋ ਕੁਝ, ਤੁਹਾਡੇ ਅੰਦਰ ਵੀ ਕੋਈ ਕਥਾ ਹੋ ਰਹੀ ਹੈ, ਕਦੀ ਆਪਣੇ ਅੰਦਰ ਵੀ ਜਾ ਕੇ ਵੇਖੋ। ਇਹ ਬਾਹਰੋਂ ਤੇ ਤਾਂ ਸੁਣਨੀ ਸੀ ਕਿ ਅੰਦਰੋਂ, ਅੰਦਰਲੀ ਜਿਹਨੂੰ ਮਹਾਰਾਜ ਕਹਿੰਦੇ ਅਕਥ ਕਹਾਣੀ, ਜੋ ਕਥੀ ਨਹੀਂ ਜਾ ਸਕਦੀ ਗੱਲ, ਜੋ ਕਹਿਣ ਵਿੱਚ ਨਹੀਂ ਆਉਂਦੀ, ਐਡਾ ਵੱਡਾ ਆਨੰਦ ਹੈ ਮਨੁੱਖ ਦੇ ਸਰੀਰ ਦੇ ਵਿੱਚ। ਉਹ ਅੰਦਰ ਵੀ ਕਦੀ ਜਾਣਾ ਸੀ, ਬਸ ਪੱਤਰਕਾਰ ਬਣ ਗਏ, ਗੱਲਾਂ ਇਕੱਠੀਆਂ ਕੀਤੀਆਂ, ਇੱਥੋਂ ਸੁਣੀਆਂ ਉੱਥੇ ਸੁਣਾਤੀਆਂ, ਉੱਥੋਂ ਸੁਣੀਆਂ ਅੱਗੇ ਸੁਣਾਤੀਆਂ, ਫਿਰ ਪੁੱਛਦੇ ਰਹੇ, ਹਰ ਇੱਕ ਨੂੰ ਪੁੱਛਿਆ। ਗੁਰੂ ਨਾਨਕ ਦੇਵ ਜੀ ਦੇ ਨਾਨਕੇ ਕਿੱਥੇ ਸਨ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਤਲਬ ਫਲਾਣਾ ਰਿਸ਼ਤੇਦਾਰ, ਉਹਦਾ ਕੀ ਨਾਂ ਸੀ। ਇੱਥੇ ਬਹੁਤ ਸਾਰੇ ਲੋਕ ਮੈਂ ਗੁਰਦੁਆਰਿਆਂ ਦੇ ਵਿੱਚ ਫਸੇ ਵੇਖੇ। ਸਤਿਗੁਰੂ ਕਿਰਪਾ ਕਰਨ, ਅੱਗੇ ਤੁਰੀ। ਹੁਣ ਹਿਰਦਾ ਕਿੱਥੇ ਹੈ? ਜਿੱਥੇ ਨਾਮ ਦ੍ਰਿੜ ਹੋਣਾ, ਪੱਕਾ ਨਿਕਲਦਾ ਨਹੀਂ, ਫਿਰ ਲਗਾਤਾਰ ਪੱਕਾ ਵਸ ਜਾਂਦਾ ਹੈ, ਉੱਥੋਂ ਕੱਢਿਆ ਨਹੀਂ ਜਾ ਸਕਦਾ ਨਾਮ ਨੂੰ। ਭਾਵੇਂ ਉਹਦੇ ਆਰੇ ਨਾਲ ਚੀਰ ਦਿਓ ਭਾਈ ਮਤੀ ਦਾਸ ਜੀ ਨੂੰ, ਉਹਦਾ ਨਾਮ ਨਹੀਂ ਵਿੱਚੋਂ ਕੱਢਿਆ ਜਾ ਸਕਦਾ। ਹਰ ਰੰਗ ਨਾ ਲਹੈ ਸੁਭਾਗਾ, ਉਹ ਨਹੀਂ ਲੈਂਦਾ ਅੰਦਰੋਂ। ਉਹ ਫਿਰ ਹਿਰਦਾ ਹੈ ਕਿੱਥੇ ਹੈ? ਵੈਸੇ ਯੋਗ ਮਤ ਦੇ ਅਨੁਸਾਰ ਉਹ ਸਰੀਰ ਦੇ ਨਾਪ ਤੋਲ ਦੇ ਮੁਤਾਬਕ ਹਿਰਦੇ ਦਾ, ਜਿਹੜੇ ਸਿਆਣੇ ਵਿਦਵਾਨ ਸੀ ਉਹਨਾਂ ਨੇ ਕਿਹਾ ਹਿਰਦਾ ਮਨੁੱਖ ਦੀ ਛਾਤੀ ਦੀ ਜੜ੍ਹ ਵਿੱਚ ਹੁੰਦਾ ਹੈ। ਇਹ ਗੱਲ ਮੰਨੀ ਗਈ ਹੈ ਔਰ ਇਹ ਤਜਰਬੇ ਦੇ ਵਿੱਚੋਂ ਵੀ ਨਿਕਲਦੀ ਹੈ। ਮੈਂ ਆਪ ਜੀ ਨੂੰ ਇੱਕ ਬੇਨਤੀ ਕਰਦਿਆਂ, ਤੁਸੀਂ ਆਮ ਹੀ ਵੇਖਿਆ ਹੋਣਾ ਹੈ, ਪੁਰਾਣੇ ਸਮੇਂ ਦੇ ਵਿੱਚ ਜਦੋਂ, ਹੁਣ ਤਾਂ ਉਹ ਖਤਮ ਹੋ ਗਿਆ, ਪਿੰਡਾਂ ਦੇ ਵਿੱਚ ਅਸੀਂ ਵਹਿੰਦੇ ਸੀ ਕਿ ਜਦੋਂ ਇੱਕ ਮਿੱਤਰ ਦੂਜੇ ਨੂੰ, ਇੱਕ ਰਿਸ਼ਤੇਦਾਰ ਦੂਜੇ ਨੂੰ ਮਿਲਦਾ ਸੀ ਤਾਂ ਉਹ ਹੱਥ ਮਿਲਾ ਕੇ ਆਪਸ ਵਿੱਚ ਤੇ ਦੋਵੇਂ ਆਪਣੀ ਛਾਤੀ ਨੂੰ ਲਾਉਂਦੇ ਸੀ। ਹੱਥ ਮਿਲਾ ਕੇ ਛਾਤੀ ਨੂੰ ਲਾਉਣਾ। ਮੈਂ ਕਈ ਵਾਰੀ ਇਹ ਚੀਜ਼ ਵੇਖੀ ਵੀ ਜਦੋਂ ਕੋਈ ਵੱਡੇ ਵਡੇਰੇ ਆਉਂਦੇ ਨੇ, ਉਹ ਆਪਣੇ ਮਿਲਦੇ ਨੇ, ਹੱਥ ਮਿਲਾਉਂਦੇ ਨੇ ਤੇ ਛਾਤੀ ਨੂੰ ਹੱਥ ਲਾਉਂਦੇ ਨੇ। ਬੜਾ ਚਿਰ ਮੈਂ ਸੋਚਦਾ ਰਿਹਾ, ਮੈਂ ਪੁੱਛਿਆ ਵੀ ਕਈਆਂ ਨੂੰ, ਕੋਈ ਗੱਲ ਪਕੜ ਵਿੱਚ ਨਹੀਂ ਆਈ ਨਾ ਕਿਸੇ। ਹੌਲੀ ਹੌਲੀ ਜਦੋਂ ਗੁਰਬਾਣੀ ਦੇ ਵਿੱਚ ਹਿਰਦੇ ਦੀ ਗੱਲ ਚੱਲੀ ਨਾ, ਜਿਹਨੂੰ ਹੱਠ ਮਜਾਹੂ, ਹੱਠ ਵੀ ਕਿਹਾ ਇੱਕ ਬੋਲੀ ਦੇ ਵਿੱਚ ਹਿਰਦੇ ਨੂੰ, ਤਾਂ ਉਦੋਂ ਪਤਾ ਲੱਗਾ ਕਿ ਮਨੁੱਖ ਦਾ ਹਿਰਦਾ ਮਨੁੱਖ ਦੀ ਛਾਤੀ ਦੀ ਜੜ੍ਹ ਵਿੱਚ ਹੈ। ਉਹਦੇ ਕਈ ਸਬੂਤ ਮਿਲਦੇ ਨੇ। ਯਾਦ ਰੱਖੋ, ਜਦੋਂ ਇੱਕ ਮਾਂ ਆਪਣੇ ਬੱਚੇ ਦੇ ਪ੍ਰੇਮ ਵਿੱਚ ਆਉਂਦੀ ਹੈ,
ਪ੍ਰੇਮ ਦੇ ਪ੍ਰੇਮ ਪ੍ਰਗਟ ਹੁੰਦਾ ਹੈ। ਤੇ ਉਹ ਮਾਂ ਆਪਣੇ ਬੱਚੇ ਨੂੰ ਮੱਥੇ ਨਾਲ ਤਾਂ ਲਾ ਲਏਗੀ, ਘੱਟ ਹੀ ਲਾਏਗੀ, ਹੋਰ ਕਿਸੇ ਸਰੀਰ ਦੇ ਅੰਗ ਤੇ ਘੱਟ ਲਾਏਗੀ, ਪਰ ਉਹਨੂੰ ਉਹਦਾ ਸਿਰ ਫੜ ਕੇ ਆਪਣੀ ਛਾਤੀ ਨਾਲ ਲਾਉਂਦੀ ਹੈ। ਉਹਦਾ ਕਾਰਨ ਵੀ ਪ੍ਰੇਮ ਉਪਜ ਰਿਹਾ ਉਹਦੇ ਵਿੱਚੋਂ, ਤੇ ਇੱਥੋਂ ਉਪਜ ਰਿਹਾ ਜਿੱਥੇ ਉਹ ਸਿਰ ਲਾ ਰਹੀ ਹੈ। ਜੇ ਕੋਈ ਹੱਥ ਮਿਲਾ ਕੇ ਆਪਣੀ ਛਾਤੀ ਨੂੰ ਲਾ ਰਿਹਾ ਤੇ ਇਸ ਤਰ੍ਹਾਂ ਸਮਝੋ ਕਿ ਉਹ ਇੱਕ ਦੂਜੇ ਨੂੰ ਕਹਿ ਰਿਹਾ ਕਿ ਮੈਂ ਤੈਨੂੰ ਆਪਣੇ ਹਿਰਦੇ ਤੋਂ ਪ੍ਰੇਮ ਕਰਨਾ, ਦਿਮਾਗ ਤੋਂ ਨਹੀਂ ਕਰਦਾ। ਨਹੀਂ ਤੇ ਦਿਮਾਗ ਨੂੰ ਲਾਉਂਦਾ ਇਸ ਤਰ੍ਹਾਂ, ਉਹ ਦਿਮਾਗ ਵਾਲਾ ਵੀ ਹੈ। ਅੱਜ ਜਦੋਂ ਸਲੂਟ ਮਾਰਦੇ ਨਾ ਇਸ ਤਰ੍ਹਾਂ ਮੱਥੇ ਨੂੰ ਲਾ ਕੇ, ਉਹਦਾ ਮਤਲਬ ਹੈ ਤੇਰੇ ਨਾਲ ਮੇਰਾ ਸੰਬੰਧ ਦਿਮਾਗ ਦਾ ਹੈ, ਮੈਂ ਨੌਕਰੀ ਕਰਦਾ, ਜੋ ਤੁਸੀਂ ਨਿਯਮ ਬਣਾਇਆ ਉਹਦੇ ਅਨੁਸਾਰ ਮੈਂ ਦਿਮਾਗ ਦੇ ਤਲ ਤੇ ਨੌਕਰੀ ਕਰ ਰਿਹਾ, ਹਿਰਦੇ ਦਾ ਸੰਬੰਧ ਇਹਦੇ ਨਾਲ ਨਹੀਂ ਹੈ। ਤਾਂ ਉਸ ਹਿਰਦੇ ਦੇ ਵਿੱਚ ਜਦੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਿੱਖ ਕਮਾਈ ਕਰਦਾ ਜਾਂਦਾ, ਸਿਮਰਨ ਕਰਦਾ, ਅੰਮ੍ਰਿਤ ਵੇਲੇ ਜਾਗਦਾ ਹੈ, ਨਿਤਨੇਮ ਧਿਆਨ ਨਾਲ ਕਰਦਾ, ਗੁਰੂ ਤੇ ਭਰੋਸਾ ਰੱਖ ਕੇ, 10 ਪਾਤਸ਼ਾਹਾਂ ਤੇ ਭਰੋਸਾ ਰੱਖ ਕੇ ਸੇਵਾ ਕਰੀ ਚੱਲੇ, ਸੇਵਾ ਸਿਮਰਨ ਕਰੀ ਚੱਲੇ, ਗੁਰੂ ਦੇ ਹੁਕਮ ਨੂੰ ਮੰਨਣ ਦੀ ਕੋਸ਼ਿਸ਼ ਕਰੇ। ਅਜੇ ਪਹਿਲਾ ਪੜਾਅ ਹੈ, ਪਹਿਲੀ ਕਲਾਸ ਹੈ। ਕੋਈ ਹੁਕਮ ਮੰਨਿਆ ਜਾਂਦਾ ਤੇ ਕੋਈ ਰਹਿ ਜਾਂਦਾ, ਤੇ ਕਿਤੇ ਅੱਗੇ ਚਲਾ ਜਾਂਦਾ, ਕਿਤੇ ਤਿਲਕ ਜਾਂਦਾ, ਕਿਤੇ ਫਿਰ ਤੁਰ ਪੈਂਦਾ ਉੱਠ ਕੇ। ਇਹ ਤਿਲਕਣ ਤੇ ਉੱਠਣ ਦੀ ਇੱਕ ਸਥਿਤੀ ਹੈ ਜਦੋਂ ਪਹਿਲਾਂ ਆਪਾਂ ਧਰਮ ਦੇ ਵਿੱਚ ਇੰਟਰ ਕਰਾਂਗੇ, ਕਿਉਂਕਿ ਉੱਚਾ ਥਾਂ ਹੈ, ਉੱਚੇ ਥਾਂ ਤੇ ਚੜ੍ਹਨਾ। ਹੁਣ ਕਿਸੇ ਉਹਦੇ ਵਾਸਤੇ ਮਿਹਨਤ ਚਾਹੀਦੀ ਹੈ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ, ਇਹ ਵੱਡਾ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੇ ਸੋ। ਤਾਂ ਉਹ ਜਦੋਂ ਇਸ ਤਰ੍ਹਾਂ ਮਿਹਨਤ ਕਰਦਾ ਤਾਂ ਕਈ ਵਾਰੀ ਉੱਠਦਾ ਡਿੱਗਦਾ, ਕਦੀ ਵਿਸ਼ਵਾਸ ਜਾਗਦਾ, ਕਦੀ ਘਟਦਾ, ਕਦੀ ਵੱਧਦਾ, ਇਸ ਤਰ੍ਹਾਂ ਅਪ ਡਾਊਨ ਕਰਦੀ ਹੈ ਲਾਈਫ ਜਿਹੜੀ ਉਹਦੀ, ਇਸ ਤਰ੍ਹਾਂ ਹਿਲਜੁਲ ਕਰਦੀ ਹੈ। ਇਹ ਵੀ ਇੱਕ ਕਲਾਸ ਹੈ, ਇਹ ਵੀ ਇੱਕ ਮਸ਼ੱਕਤ ਹੈ। ਜਦੋਂ ਕਰਦਿਆਂ ਇਸ ਤਰ੍ਹਾਂ ਸੇਵਾ, ਇਹਨੂੰ ਮਹਾਰਾਜ ਨੇ ਕਿਹਾ ਕਿ ਵਕਤ ਹੈ ਉੱਪਰ ਲੜ ਮੂਏ। ਜਿਹੜੇ ਸੂਰਮੇ ਨੇ ਨਾ, ਉਹ ਜਦੋਂ ਮੈਦਾਨ ਵਿੱਚ ਗੱਜਦੇ ਨੇ ਫਿਰ ਥੋੜ੍ਹਿਆਂ ਬਹੁਤਿਆਂ ਦੀ ਪਰਵਾਹ ਨਹੀਂ ਕਰਦੇ। ਇਸੇ ਤਰ੍ਹਾਂ ਧਰਮ ਦੇ ਮਾਰਗ ਤੇ ਜਦੋਂ ਕੋਈ ਤੁਰਦਾ ਤੇ ਸੂਰਮਿਆਂ ਵਾਂਗੂ ਫਿਰ ਉਹ ਅੱਗੇ ਵੱਧਦਾ, ਆਪਣਾ ਸਿਰ ਗੁਰੂ ਨੂੰ ਸੌਂਪਣ ਦੀ ਕੋਸ਼ਿਸ਼ ਕਰਦਾ ਹੈ, ਗੁਰੂ ਦਾ ਹੁਕਮ ਮੰਨਣ ਦੀ ਕੋਸ਼ਿਸ਼ ਕਰਦਾ ਹੈ। ਤੇ ਜਦੋਂ ਗੁਰੂ ਸਾਹਮਣੇ ਆਉਂਦੇ ਤੇ ਫਿਰ ਮਹਾਰਾਜ ਵੇਖਦੇ, ਮਹਾਰਾਜ ਉਹਦੀ ਸਾਰੀ ਦੇਖਭਾਲ ਕਰ ਰਹੇ ਹੁੰਦੇ ਨੇ। ਸਾਨੂੰ ਪਤਾ ਨਹੀਂ ਲੱਗਦਾ। ਸਾਧ ਸੰਗਤ ਜੀ, ਅੱਜ ਵੀ ਸਾਡੀ ਗੁਰੂ ਸਾਹਿਬ ਦੇਖਭਾਲ ਕਰ ਰਹੇ ਨੇ। ਜਿੱਥੇ ਜਿੱਥੇ ਅਸੀਂ ਥੋੜ੍ਹਾ ਜਾਂ ਬਹੁਤਾ ਸਿੱਖੀ ਕਮਾਉਣ ਬਾਰੇ ਕੰਮ ਕਰ ਰਹੇ ਹਾਂ, ਪਰ ਹੌਲੀ ਹੌਲੀ ਕਰਦਿਆਂ ਫਿਰ ਇੱਕ ਦਿਨ ਉਹਦੇ ਅੰਦਰੋਂ ਗੁਰੂ ਗਿਆਨ ਪ੍ਰਗਟ ਹੋ ਕੇ ਦੱਸਦਾ ਹੈ। ਉਹ ਕਹਿੰਦਾ, ਗੁਰੂ ਕੇ ਸਿੱਖਾ ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰ ਦੇਣ ਦਾ ਮਤਲਬ ਇੱਕ ਤਾਂ ਹੈ ਕਿਤੇ ਬੁਰਾਈ ਦੇ ਨਾਲ ਲੜਦਿਆਂ ਗੁਰੂ ਸਾਹਿਬ ਨੇ ਸ਼ਹਾਦਤ ਦਾ ਮਾਰਗ ਦੱਸਿਆ, ਪਰ ਇੱਕ ਹੈ ਜਿੰਦਾ ਸ਼ਹੀਦ। ਵੈਸੇ ਸ਼ਹੀਦ ਹੁੰਦਾ ਹੀ ਜਿੰਦਾ ਹੈ। ਸ਼ਹੀਦ ਸ਼ਬਦ ਦੇ ਨਾਲ ਜਿੰਦਾ ਹੀ ਲੱਗਦਾ ਹੈ, ਭਾਵੇਂ ਉਹ ਸਰੀਰ ਦੇ ਵਿੱਚ ਹੋਵੇ ਤੇ ਭਾਵੇਂ ਉਹ ਸਰੀਰ ਛੱਡਦਾ ਫਿਰ ਵੀ ਜਿੰਦਾ ਹੈ। ਸ਼ਹੀਦ ਦਾ ਮਤਲਬ ਵੀ ਹੁੰਦਾ। ਮਹਾਰਾਜ ਕਹਿੰਦੇ ਜਿੰਦਾ ਸ਼ਹੀਦ ਬਣ। ਔਰ ਲੋਕ ਕਹਿਣਗੇ ਫਿਰ ਹੁਣ ਇਸ ਤਰ੍ਹਾਂ ਦੀ ਜਦੋਂ ਕਥਾ ਚੱਲਦੀ, ਫਿਰ ਕਹਿੰਦੇ ਹੁਣ ਸਿੱਖੀ ਦੀ ਸਟੇਟਮੈਂਟ ਪਰਿਭਾਸ਼ਾ ਸੌਖੀ ਕਰੋ। ਅੱਜ ਇਹਦੇ ਤੇ ਜ਼ੋਰ ਦਿੱਤਾ ਜਾ ਰਿਹਾ ਤੇ ਸਾਡੇ ਵੱਲੋਂ ਪ੍ਰਚਾਰ ਅਸੀਂ ਤੇ ਫਿਰ ਲੋਕਾਂ ਨੂੰ ਖੁਸ਼ ਕਰਨਾ ਹੀ ਹੈ ਵੀ ਸਿੱਖੀ ਨੂੰ ਬਿਲਕੁਲ ਲੋਕਾਂ ਅਨੁਸਾਰ ਕਰੋ। ਇਹ ਬੜੀ ਤਰਾਸਦੀ, ਬੜੀ ਹਾਸੋਹੀਣੀ ਗੱਲ ਹੈ ਕਿ ਡਾਕਟਰ ਨੇ ਦਵਾਈ ਦੇਣੀ ਹੈ, ਮਰੀਜ਼ ਨੂੰ ਪੁੱਛ ਕੇ ਦੇ ਵੀ ਕਿਹੜੀ ਦੇਣੀ ਹੈ। ਬਈ ਕਿਸੇ ਨੇ ਪੁਸਤਕ ਲਿਖਣੀ ਹੈ ਤੇ ਵਿਦਿਆਰਥੀਆਂ ਨੂੰ ਪੁੱਛ ਕੇ ਲਿਖੇ ਵੀ ਕਿਵੇਂ ਦੀ ਲਿਖਣੀ ਹੈ। ਹੁਣ ਉਹ ਵਿੱਦਿਆ ਕਿੱਥੇ ਲੈ ਕੇ ਜਾਏਗੀ ਜਿਹੜੀ ਵਿਦਿਆਰਥੀਆਂ ਨੇ ਤੇ ਅਜੇ ਪੁੱਛਣਾ ਹੈ, ਪੜ੍ਹਨਾ ਉਹਨੂੰ ਨਹੀਂ। ਠੀਕ ਹੈ, ਧਰਮ ਦੀ ਵਿਆਖਿਆ ਸਮੇਂ ਦੀਆਂ ਰਵਾਇਤਾਂ ਦੇ ਨਾਲ ਤੁਲਨਾ ਦੇ ਕੇ ਕੀਤੀ ਜਾ ਸਕਦੀ ਹੈ, ਪਰ
ਧਰਮ ਦਾ ਮੂਲ ਅਸੀਂ ਆਪਣੀ ਮਰਜ਼ੀ ਨਾਲ ਜਦੋਂ ਬਦਲਾਂਗੇ, ਧਰਮ ਦੇ ਵਿੱਚੋਂ ਕੱਖ ਵੀ ਨਹੀਂ ਮਿਲਣਾ। ਐਵੇਂ ਟਾਈਮ ਖਰਾਬ ਕਰਨਾ, ਔਰ ਨਹੀਂ ਮਿਲ ਰਿਹਾ, ਅਸੀਂ ਕਰ ਰਹੇ ਹਾਂ ਕੰਮ। ਕਿਉਂ? ਅਰਥ ਆਪਣੇ ਅਨੁਸਾਰ ਢਾਲ ਰਹੇ ਹਾਂ। ਗੁਰਬਾਣੀ ਆ ਪ੍ਰਕਾਸ਼, ਮਹਾਰਾਜ ਦਾ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਆ ਰਿਹਾ। ਗੁਰੂ ਸਾਹਿਬ ਨੇ ਜਦੋਂ ਮਹਾਰਾਜ ਦਾ ਸੁਖਾਸਨ ਕੀਤਾ ਜਾਂ ਸੰਗਤ ਵਿੱਚ, ਉਹ ਥੱਲੇ ਕਿਉਂ ਬੈਠੇ? ਆਪਾਂ ਕਿਉਂ ਥੱਲੇ ਬੈਠੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ? ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਕਿ ਜੋ ਇੱਥੇ ਕਿਹਾ ਹੋਇਆ ਹੈ, ਤਾਂ ਪ੍ਰਕਾਸ਼ ਕੀਤਾ ਉੱਚੇ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ, ਕਿ ਇਹ ਸੁਪਰੀਮ ਹੈ ਔਰ ਫਾਈਨਲ ਹੈ। ਇਹ ਹੁਣ ਬਦਲਿਆ ਨਹੀਂ ਜਾ ਸਕਦਾ। ਹੁਣ ਇੱਥੇ ਇੱਕ ਹੋਰ ਗੱਲ ਆਵੇਗੀ, ਫਿਰ ਇਹਨੂੰ ਕੌਣ ਦੱਸੇ ਵੀ ਇਹ ਬਾਣੀ ਕਿਵੇਂ, ਕੀ ਗੱਲ ਕਹਿ ਰਹੀ ਹੈ? ਇਹ ਬੜਾ ਵੱਡਾ ਸਵਾਲ ਹੈ ਇੱਕ, ਕਿ ਬਾਣੀ ਦੇ ਅਰਥ ਕਿਹੜੇ ਅਰਥ ਹਨ ਜਿਹੜੇ ਸਾਡੇ ਜੀਵਨ ਨੂੰ ਬਦਲ ਸਕਦੇ। ਉਹ ਮਹਾਰਾਜ ਦੀ ਮੈਂ ਪਹਿਲਾਂ ਵੀ ਤੁਕ ਪੜ੍ਹੀ ਹੈ ਵੀ ਏ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋ। ਇਹ ਤਰਾਸਦੀ ਹੋ ਗਈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਇੱਕ ਸਕੂਲ ਦੀ ਵਿੱਦਿਆ ਵਾਂਗ ਲੋਕਾਂ ਵਿੱਚ ਪੇਸ਼ ਕਰ ਰਹੇ ਹਾਂ। ਇਹ ਕੋਈ ਸਕੂਲ ਦੀ ਵਿੱਦਿਆ ਨਹੀਂ ਹੈ। ਗੁਰਬਾਣੀ ਕੋਈ ਸਮਾਜਵਾਦ ਨਹੀਂ ਹੈ। ਠੀਕ ਹੈ, ਚੰਗੇ ਸਮਾਜ ਦੀ ਗੁਰੂ ਸਾਹਿਬ ਗੱਲ ਕਰਦੇ ਨੇ, ਪਰ ਬਹੁਤ ਪਰਸੈਂਟੇਜ ਵਿੱਚ ਘੱਟ ਕਰਦੇ ਨੇ। ਜ਼ਿਆਦੀ ਗੱਲ ਨਾਮ ਦੀ ਹੁੰਦੀ ਹੈ ਕਿ ਜਿਹੜਾ ਮਨੁੱਖ ਦੀ ਮੂਲ ਸਮੱਸਿਆ ਕਿਹੜੀ ਹੈ। ਹੁਣ ਬੜੇ ਧਰਮ ਨੇ, ਬੜੇ ਹੁਣ ਪੰਜਾਬ ਦੇ ਵਿੱਚ ਚੱਲੇ ਧਰਮ ਚੱਲੇ ਨੇ, ਵੱਡੇ ਵੱਡੇ ਬੋਰਡ ਲੱਗੇ ਹੋਏ ਨੇ। ਕਿੱਥੋਂ ਪੈਸਾ ਆ ਰਿਹਾ ਤੇ ਤੁਸੀਂ ਜਾਣ ਸਕਦੇ ਹੋ ਵੀ ਇੰਨੀ ਮਾਇਆ ਹੁਣ ਇੱਕ ਬੰਦਾ ਤੇ ਕੋਈ ਪ੍ਰਬੰਧ ਨਹੀਂ ਕਰ ਸਕਦਾ। ਵੱਡੇ ਵੱਡੇ ਬੋਰਡ ਲੱਗੇ ਹੋਏ ਨੇ, ਛੁਟਕਾਰਾ ਸਭਾ, ਇਹ ਸਭਾ ਦੇ ਵਿੱਚ ਤੁਸੀਂ ਮੁਕਤ ਹੋ ਜਾਣਾ, ਮਤਲਬ ਇੱਕੋ ਦਿਨ ਦੀ ਸਭਾ ਦੇ ਵਿੱਚ ਹੀ ਸਾਰੇ ਬੰਦੇ ਮੁਕਤ ਹੋ ਜਾਣੇ। ਤੁਸੀਂ ਕਿਤੇ ਧਰਮ ਦੇ ਵਿੱਚ ਪੜ੍ਹਿਆ ਵੀ ਇੱਕ ਦਿਨ ਵਿੱਚ ਕੋਈ ਬੰਦਾ ਮੁਕਤ ਹੁੰਦਾ ਹੋਵੇ? ਕਿੰਨੇ ਚਿਰ ਵਿੱਚ ਹੁੰਦਾ ਹੋਵੇ? ਹਾਂ, ਇਹ ਠੀਕ ਹੈ, ਖਾਣ ਪੀਣ ਦੀਆਂ ਮੌਜਾਂ ਮਸਤੀਆਂ ਹੋ ਸਕਦੀਆਂ ਨੇ, ਹੋਰ ਨੱਚ ਟੱਪ, ਕੋਈ ਇੱਧਰ ਡਿੱਗ ਪਿਆ, ਕੋਈ ਉੱਧਰ ਡਿੱਗ ਪਿਆ, ਰੌਲਾ। ਇਹਨਾਂ ਲੋਕਾਂ ਨੂੰ, ਇਹਨਾਂ ਚੀਜ਼ਾਂ ਨੂੰ ਲੋਕ ਜ਼ਿਆਦਾ ਤਰਜੀਹ ਦਿੰਦੇ ਨੇ। ਇਹ ਸੱਚਾਈ ਵੀ ਹੈ। ਮਹਾਰਾਜ ਤਾਂ ਹੀ ਬਾਣੀ ਵਿੱਚ ਕਹਿ ਵੀ ਕੀ ਹੋ ਰਿਹਾ ਧਰਮ ਦੇ ਨਾਂ ਤੇ। ਵਾਇਣ ਚੇਲੇ ਨੱਚਣ ਗੁਰ ਪੈਰ ਹਿਲਾਇਣ ਫੇਰਨ ਸਿਰ ਉੱਡ ਉੱਡ ਰਾਵਾ ਝਾਟੇ ਪਾਏ ਵੇਖੈ ਲੋਕ ਹੱਸੈ ਘਰ ਜਾਏ। ਸਰੀਰ ਦੇ ਤਲ ਤੇ ਹੈ ਔਰ ਮਨ ਮੰਨ ਜਾਂਦਾ ਹੈ। ਮਨ ਦੀ ਬੜੀ ਹੈਰਾਨ ਭਰੀ ਗੱਲ ਹੈ। ਜਦੋਂ ਇੰਨੇ ਲੋਕ, 1000 ਲੋਕ ਠੀਕ ਹੋ ਰਹੇ ਨੇ ਤੇ ਫਿਰ ਮੈਂ ਵੀ ਹੋ ਜਾਵਾਂਗਾ ਜ਼ਰੂਰ। 1000 ਲੋਕ ਠੀਕ ਹੋ ਰਹੇ ਨੇ, ਮੈਂ ਵੀ ਹੋ ਜਾਵਾਂਗਾ। ਆ ਗੱਲ ਤਾਂ ਵੈਸੇ ਸਿੱਧੀ ਜੀ ਪਰ ਸਮਝ ਆਉਣ ਵਾਲੀ ਹੈ। ਮੈਂ ਕੱਲ੍ਹ ਹੀ ਸੁਣ ਰਿਹਾ ਸੀ ਕਿਸੇ ਥਾਂ ਤੇ ਬੈਠ ਕੇ, ਬੰਦੇ ਨੂੰ ਸਰੀਰ ਦੇ ਵਿੱਚ ਪੱਥਰੀ ਹੋ ਜਾਂਦੀ ਹੈ। ਉਹ ਇੱਥੇ ਇੱਕ ਬੰਦਾ ਸੀ, ਕੋਈ ਯੂਪੀ ਦੇ ਕੋਲ ਕਿਤੇ, ਆਗਰੇ ਦੇ ਵਿੱਚ ਕਿਤੇ ਹੋਰ। ਉਹ ਕੀ ਕਰਦਾ ਸੀ, ਉਹ ਕੋਈ ਮਾਈ ਸੀ ਜਾਂ ਕੋਈ ਵੀ ਸੀ, ਗੱਲ ਸਮਝ ਨਹੀਂ ਆਪਾਂ, ਕਿਵੇਂ ਮਨ ਕਾਰਵਾਈਆਂ ਕਰਦਾ। ਅਚੇਤਨ ਜੋ ਚੀਜ਼ ਫੜ ਲੈਂਦਾ ਉਹ ਹੋਣ ਲੱਗ ਪੈਂਦੀ ਹੈ, ਲੱਗਣ ਲੱਗ ਪੈਂਦੀ ਉਸ ਤਰ੍ਹਾਂ ਹੀ। ਉਹ ਮਾਈ ਬੜੀ ਮਸ਼ਹੂਰ ਹੋ ਗਈ ਸੀ, ਲੋਕ ਗੱਡੀਆਂ ਭਰ ਭਰ ਕੇ ਜਾਂਦੇ ਨੇ। ਕੀ ਕਰਦੀ ਹੈ ਉਹ? ਜਿੱਥੇ ਪੱਥਰੀ ਉੱਥੇ ਮੂੰਹ ਲਾ ਕੇ ਪਿਛਾਂ ਨੂੰ ਸੂਟਾ ਮਾਰਦੀ, ਖਿੱਚਦੀ ਹੈ ਤੇ ਪੱਥਰੀ ਬਾਹਰ ਆ ਜਾਂਦੀ ਉਹਦੇ ਮੂੰਹ ਵਿੱਚ, ਤੇ ਉਹ ਮੂੰਹ ਚੋਂ ਕੱਢ ਕੇ ਵਿਖਾ ਦਿੰਦੀ ਹੈ। ਬੜੇ ਲੋਕ ਗਏ। ਹੁਣ ਉਹ ਪਤਾ ਲੱਗ ਗਿਆ ਵੀ ਪੱਥਰੀ ਉਹ ਪਹਿਲਾਂ ਪਾ ਲੈਂਦੀ ਸੀ ਮੂੰਹ ਦੇ ਵਿੱਚ, ਤੇ ਬਾਅਦ ਵਿੱਚ ਉਹ ਸੂਟਾ ਮਾਰਦੀ ਸੀ, ਤੇ ਉਹ ਪੱਥਰੀ ਜਿਹੜੀ ਪਹਿਲਾਂ ਪਾਈ ਸੀ ਕੱਢ ਕੇ ਵਿਖਾ ਦਿੰਦੀ ਸੀ। ਔਰ ਉਹ ਬੰਦਾ ਆ ਕੇ ਮਹੀਨਾ, 10 ਦਿਨ, 2 ਮਹੀਨੇ ਮਹਿਸੂਸ ਕਰਦਾ ਸੀ ਕਿ ਮੈਂ ਠੀਕ ਹੋ ਗਿਆ, ਪੱਥਰੀ ਨਿਕਲ ਗਈ ਮੇਰੀ। ਇਹਦਾ ਕਾਰਨ ਕੀ ਹੈ? ਮਨੁੱਖ ਦੇ ਮਨ ਦੀਆਂ ਸ਼ਕਤੀਆਂ ਬੜੀਆਂ ਅਸੀਮ ਨੇ। ਇਹਨੂੰ ਹੀ, ਇਸ ਚੀਜ਼ ਨੂੰ ਜੇ ਪੂਰੀ ਤਰ੍ਹਾਂ ਜਗਾ ਲਿਆ ਜਾਏ ਗੁਰੂ ਦੇ ਹੁਕਮ ਦੇ ਅਨੁਸਾਰ, ਇਹ ਤੇ ਪਖੰਡ ਹੋਇਆ ਨਾ। ਇਹ ਤਾਂ ਛੋਟੇ ਪੱਧਰ ਦੀ ਗੱਲ ਹੋਈ। ਜਦੋਂ ਵੱਡੇ ਪੱਧਰ ਤੇ ਗੱਲ ਜਾਏਗੀ ਤੇ ਇਹ ਚੀਜ਼
गुरु गोबिंद सिंह जी ने इस चीज़ ਨੂੰ ਧਰਮ ਦੇ ਉੱਚੇ ਤਲ ਤੇ ਵਰਤਿਆ ਹੈ ਕਿ 1.25 ਲੱਖ ਨਾਲ ਤੁਸੀਂ ਲੜ ਸਕਦੇ ਹੋ, ਅਚੇਤਨ ਵਿੱਚ ਪਾ ਦਿੱਤਾ। ਅੱਜ ਤੱਕ ਸਿੱਖ ਕਹਿੰਦੇ ਮੈਂ 1.25 ਲੱਖ ਨਾਲ ਲੜ ਸਕਦਾ। ਬੁੱਧੀ ਦੇ ਤਲ ਤੇ ਤੁਸੀਂ ਬੰਦੇ ਨੂੰ ਪੁੱਛੋ, ਕਹੇਗਾ ਵੀ ਬੰਦਾ ਠੀਕ ਨਹੀਂ ਹੈ। 1.25 ਲੱਖ ਬੰਦੇ ਨਾਲ ਕਿਵੇਂ ਹੋ ਸਕਦਾ ਹੈ ਇਕੱਲਾ ਜਣਾ? ਪਰ ਹੋ ਸਕਦਾ ਹੈ ਜਿੱਦਣ ਬੰਦੇ ਦਾ ਮਨ ਸਾਬਤ ਹੋ ਕੇ ਕੋਈ ਕੰਮ ਕਰਨ ਤੁਰੇ, ਕੋਈ ਕਾਰਨ ਨਹੀਂ ਉਹ ਕੰਮ ਅੜ ਜਾਏ, ਉਹ ਹੋਏਗਾ ਹੀ ਕੰਮ ਉਸੇ ਤਰ੍ਹਾਂ। ਹਾਂ, ਇੱਥੇ ਧਿਆਨ ਰੱਖਣਾ ਹਉਮੈ ਨਾ ਆ ਜਾਏ, ਗੁਰੂ ਨਾਲ ਚਾਹੀਦਾ। ਕਈਆਂ ਨੇ ਇੱਥੇ ਟਪਲਾ ਖਾ ਗਏ ਕਿ ਮੈਂ ਮਨੁੱਖ ਸਭ ਕੁਝ ਕਰ ਸਕਦਾ ਪਰ ਗੁਰੂ ਨਾਲ ਹੋਣਾ ਚਾਹੀਦਾ। ਹਉਮੈ ਆ ਗਈ ਤੇ ਫਿਰ ਡਿੱਗੇਗਾ ਉਹ। ਤਾਂ ਉਹ ਜਿਹੜੀ ਗੱਲ ਹੈ ਸਾਧ ਸੰਗਤ ਜੀ, ਜਦੋਂ ਮਨ ਪੂਰਾ ਮੰਨ ਜਾਂਦਾ ਹੈ ਉਦੋਂ ਇਹ ਚੀਜ਼ਾਂ ਵਰਤਣ ਲੱਗ ਪੈਂਦੀਆਂ, ਸਾਨੂੰ ਲੱਗਣ ਲੱਗ ਪੈਂਦਾ ਕਿ ਇਸ ਤਰ੍ਹਾਂ ਹੋ ਜਾਂਦਾ ਹੈ। ਤਾਂ ਜਦੋਂ ਇਸ ਤਰ੍ਹਾਂ ਗੁਰੂ ਦੇ ਹੁਕਮ ਦੇ ਵਿੱਚ ਸਿੱਖ ਨਾਮ ਦਾ ਅਭਿਆਸ ਕਰਦਾ ਹੈ, ਸਿਮਰਨ ਕਰਦਾ ਪਿਆਰ ਦੇ ਨਾਲ, ਤੇ ਕੰਨਾਂ ਨਾਲ ਪਿਆਰ ਨਾਲ ਸੁਣਦਾ ਹੈ, ਉਹਦੇ ਅੰਦਰ ਨਾਮ ਜਾਂਦਾ ਹੈ, ਤਾਂ ਮਹਾਰਾਜ ਕਹਿੰਦੇ ਕਿਰਪਾ ਕਰੇ ਗੁਰ ਪਾਈਐ। ਤਾਂ ਉਹ ਗੁਰੂ ਦੇ ਨਿਰਗੁਣ ਸਰੂਪ ਨੂੰ ਪ੍ਰਾਪਤ ਕਰ ਲੈਂਦਾ, ਜੋ ਅੰਦਰ ਬੈਠਾ ਹੋਇਆ ਗੁਰੂ। ਗੁਰੂ ਗ੍ਰੰਥ ਸਾਹਿਬ ਜੀ ਇੱਥੇ ਨੇ, ਪਹਿਲਾ ਪ੍ਰਕਾਸ਼ ਤੇ ਫਿਰ ਦੂਜਾ ਪ੍ਰਕਾਸ਼ ਤੇ ਫਿਰ ਗੁਰਤਾ ਗੱਦੀ। ਪਹਿਲਾ ਪ੍ਰਕਾਸ਼ ਮਤਲਬ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਸੰਪੂਰਨਤਾ ਦਿਵਸ ਦਾ ਮਤਲਬ ਜੀਵਨ ਸੰਪੂਰਨ ਸਿੱਖ ਦਾ ਹੋ ਗਿਆ ਕਰਕੇ ਕਮਾਈ ਬਾਣੀ ਦੀ। ਤੇ ਗੁਰਤਾ ਗੱਦੀ ਦਾ ਅਰਥ ਹੁਣ ਸਿੱਖ ਨੂੰ ਗੁਰੂ ਨੇ ਆਪਣੇ ਗੋਦ ਵਿੱਚ ਬਿਠਾ ਲਿਆ ਹੈ, ਆਪਣੇ ਬਰਾਬਰ ਦਾ ਕਰ ਲਿਆ ਹੈ। ਕਿਵੇਂ? ਜਪ ਕੇ ਹੋਇਆ। 2-4 ਮਿੰਟ ਵਾਸਤੇ ਜਪ ਕੇ ਫਿਰ ਅਰਥ ਕਰੀਏ। ਵਾਹਿਗੁਰੂ 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 ਵਾਹਿਗੁਰੂ। ਜਪੋ ਸਾਰੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਕਿਰਪਾ ਕਰੇ ਗੁਰ ਪਾਈਐ। ਜਦੋਂ ਗੁਰੂ ਦੀ ਕਿਰਪਾ ਹੁੰਦੀ, ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹੀਆਂ ਦੀ, ਤਾਂ ਸਿੱਖ ਗੁਰ ਨੂੰ ਪ੍ਰਾਪਤ ਕਰਦਾ। ਗੁਰ ਇੱਥੇ ਸ਼ਬਦ ਹੈ ਗੁਰ। ਗੁਰ ਦਾ ਮਤਲਬ ਹੁੰਦਾ ਹੈ ਗੁਰੂ ਦਾ ਨਿਰਗੁਣ ਸਰੂਪ। ਇੱਕ ਵਚਨ ਹੈ ਗੁਰ ਜਿਹੜਾ ਹੈ, ਉਹ ਇੱਕੋ ਹੀ ਹੈ। ਉਹ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਹੈ। ਉਹ ਜਿਹੜੀ ਚੀਜ਼ ਜਿਹੜੀ ਹੈ ਉਹ ਜੋਤ ਹੈ। ਜਿੱਥੇ ਗੁਰ ਹੈ ਉਹ ਜੋਤ ਦਾ ਲਖਾਇਕ ਹੈ ਕਿ ਸਿੱਖ ਆਪਣੇ ਅੰਦਰ ਗੁਰੂ ਨੂੰ ਮਹਿਸੂਸ ਕਰਨ ਲੱਗ ਪੈਂਦਾ ਹੈ ਕਿ ਸੋਈ ਫਿਰ ਕਹਿ ਤੂੰ ਹੁਆ ਜਾਂ ਕੋ ਕਹਿਤਾ ਹੋਰ। ਹੁਣ ਗੁਰੂ ਸਿੱਖ ਦੇ ਨਾਲ ਰਹਿਣ ਲੱਗ ਪੈਂਦਾ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲ। ਹੁਣ ਸਿਰਫ ਇੱਥੇ ਗੁਰਦੁਆਰਾ ਸਾਹਿਬ ਵਿੱਚ ਨਹੀਂ ਰਹਿੰਦੇ, ਗੁਰੂ ਸਾਹਿਬ ਨਾਲ ਜਾ ਰਹੇ ਨੇ। ਨਾਲ ਲਹਿਰਾਂ ਉੱਠ ਰਹੀਆਂ ਨੇ ਅੰਦਰ ਗੁਰੂ ਦੇ ਪਿਆਰ ਦੀਆਂ, ਸ਼ਬਦ ਦੀਆਂ ਤਰੰਗਾਂ ਉੱਠ ਰਹੀਆਂ ਨੇ ਅੰਦਰ। ਕੰਮ ਵੀ ਕਰਦਾ ਹੈ, ਰੋਟੀ ਵੀ ਖਾਂਦਾ, ਜੋ ਕਰਦਾ ਨਾਲ ਮਹਿਸੂਸ ਹੁੰਦਾ ਕਿ ਨਿਰਗੁਣ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹੀਆਂ ਮੇਰੇ ਨਾਲ ਨੇ, ਸ਼ਹੀਦੀ ਫੌਜਾਂ ਮੇਰੇ ਨਾਲ ਨੇ। ਉਹ ਸਦਾ ਅੰਗ ਸੰਗੇ ਅਭੰਗੰ ਬੇਬੂਤੇ। ਜਿਸ ਸ਼ਕਤੀ ਨੂੰ ਤੋੜਿਆ ਨਹੀਂ ਜਾ ਸਕਦਾ ਉਹ ਮੇਰੇ ਨਾਲ ਹੈ। ਤਾਂ ਉਹ ਕਿਰਪਾ ਕਰੇ ਤਾਂ ਇਹ ਅਵਸਥਾ ਬਣਦੀ ਹੈ। ਗੁਰ ਪਾਈਐ। ਫਿਰ ਕਹਿੰਦੇ ਹਰ ਨਾਮੋ ਦੇ ਦਿਰੜਾਏ। ਹਰ ਨਾਮੋ, ਹਰ ਨਾਮ ਦੁਆਰਾ ਉਸ ਨਾਮ ਦੇ ਨਿਰਗੁਣ ਸਰੂਪ ਤਤ ਨੂੰ, ਜਿਹਨੂੰ ਕਿਹਾ ਕਿਣਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ
ਗਣੀ ਨਾ ਆਵੇ। ਜਦੋਂ ਸਿੱਖ ਵਾਹਿਗੁਰੂ ਦਾ, ਹਰੀ ਦਾ, ਹਰੇ ਭਰੇ ਕਰਨ ਵਾਲੇ ਦਾ ਹਰ ਥਾਂ 'ਤੇ ਮੌਜੂਦ ਵਾਹਿਗੁਰੂ ਦਾ ਜਾਪ ਕਰਦਾ ਤਾਂ ਉਸ ਵੇਲੇ ਹਰ ਨਾਮੋ ਦੇ ਦ੍ਰਿੜਾਏ, ਗੁਰੂ ਉਸ ਨੂੰ ਦ੍ਰਿੜਾਏ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ 100% ਵਿਸ਼ਵਾਸ ਕਰਕੇ ਆਪਣੇ ਕੋਲ ਫੜ ਲੈਣਾ, ਚੰਗੀ ਤਰ੍ਹਾਂ ਛੱਡਣਾ ਨਹੀਂ, ਨਿਰੰਤਰ। ਇਹ ਨਹੀਂ ਕਿ ਸ਼ਬਦ ਇੰਨਾ ਚਿਰ ਸੀ ਘੰਟਾ, ਲਗਾਤਾਰ ਪਕੜ ਕੇ ਰਾਮ ਨਾਮ ਉਰ ਮੈਂ ਕਹਿਓ ਜਾਂ ਕਹਿ ਸਮ ਨਹੀਂ ਕੋਏ, ਪਕੜ ਕੇ ਰੱਖਦਾ ਹੈ, ਸ਼ਬਦ ਨੂੰ ਪਕੜੀ ਰੱਖਦਾ ਸੁਰਤ ਦੇ ਵਿੱਚ। ਉਹਦਾ ਅਭਿਆਸ ਬੋਲ ਕੇ, ਕਦੀ ਚੁੱਪ ਕਰਕੇ, ਕਦੀ ਬੋਲ ਕੇ, ਕਦੀ ਚੁੱਪ ਕਰਕੇ ਚੱਲਦਾ ਰਹਿੰਦਾ, ਚੱਲਦਾ ਰਹਿੰਦਾ। ਹੌਲੀ ਹੌਲੀ ਸ਼ਬਦ ਆਪਣਾ ਘਰ ਬਣਾ ਲੈਂਦਾ ਸਿੱਖ ਦੇ ਹਿਰਦੇ ਵਿੱਚ, ਤੇ ਗੁਰੂ ਗ੍ਰੰਥ ਸਾਹਿਬ ਉਹਦੇ ਜੀਵਨ ਦੇ ਵਿੱਚ ਪ੍ਰਗਟ ਹੋ ਜਾਂਦੇ ਨੇ। ਹਰ ਨਾਮੋ ਦੇ ਦ੍ਰਿੜਾਏ ਬਿਨ ਗੁਰ ਕਿਨੈ ਨਾ ਪਾਇਓ। ਗੁਰ ਫਿਰ ਇੱਕ ਵਚਨ ਹੈ, ਗੁਰੂ ਦੇ ਉਪਦੇਸ਼ ਤੋਂ ਬਿਨਾਂ, ਗੁਰੂ ਦੀ ਗੱਲ ਮੰਨਣ ਤੋਂ ਬਿਨਾਂ, ਜੋ ਗੁਰੂ ਸਾਹਿਬ ਨੇ ਕਿਹਾ ਉਹਦੇ ਤੇ ਭਰੋਸਾ ਸੰਪੂਰਨ ਕਰਨ ਤੋਂ ਬਿਨਾਂ, ਗੁਰੂ ਤੋਂ ਬਿਨਾਂ ਕਿਨੈ ਨਾ ਪਾਇਓ। ਅੱਜ ਤੱਕ ਕਿਸੇ ਨੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਜਿੰਨਾ ਚਿਰ ਉਹਦਾ ਮਨ ਪੂਰੀ ਤਰ੍ਹਾਂ ਪਰਮਾਤਮਾ ਤੱਕ ਜਾਣ ਨੂੰ ਤਿਆਰ ਨਹੀਂ ਹੁੰਦਾ। ਤਾਂ ਫਿਰ ਕੀ ਹੁੰਦਾ, ਸਮਾਂ ਕਿਵੇਂ ਗੁਜ਼ਰ ਜਾਂਦਾ ਹੈ? ਇਸ ਤਰ੍ਹਾਂ ਦੁਬਦਾ ਦੇ ਵਿੱਚ ਵਿਰਥਾ ਜਨਮ ਗਵਾਏ। ਵਿਰਥਾ ਮੈਨੇ ਵਿਅਰਥ, ਆ ਜਨਮ ਐਵੇਂ ਚਲਾ ਗਿਆ, ਬੜਾ ਕੀਮਤੀ ਸੀ, ਬਹੁਤ ਹੀ ਕੀਮਤੀ ਜਨਮ ਸੀ, ਐਵੇਂ ਹੀ ਗਵਾਚ ਗਿਆ। ਮਨਮੁਖ ਕਰਮ ਕਮਾਵਣੇ ਦਰਗਹ ਮਿਲੈ ਸਜਾਏ। ਹੁਣ ਜਿਹੜਾ ਕੰਮ ਕਰਨ ਲਈ ਭੇਜਿਆ ਸੀ ਵਾਹਿਗੁਰੂ ਨੇ ਉਹ ਤਾਂ ਕੀਤਾ ਨਹੀਂ। ਸਰੀਰ ਮਿਲਿਆ ਸੀ ਨਾਮ ਜਪਣ ਵਾਸਤੇ, ਇੱਥੇ ਹੋਰ ਹੀ ਧੂੜਾ ਉਡਾਉਂਦਾ ਫਿਰਿਆ, ਨਾਮ ਹੈ ਨਹੀਂ। ਤਾਂ ਦੂਜੀਆਂ ਜੂਨਾਂ ਤਾਂ ਠੀਕ ਨੇ, ਜੋ ਜਿਹਦੇ ਵਾਸਤੇ ਬਣਾਈਆਂ ਸਨ ਪਰਮੇਸ਼ਰ ਨੇ ਉਹ ਕਰ ਰਹੀਆਂ ਨੇ। ਉਹ ਦੁੱਧ, ਮੱਝਾਂ ਗਾਵਾਂ ਦੁੱਧ ਦੇਣ ਲਈ ਬਣਾਈਆਂ ਸਨ ਉਹ ਦੇ ਰਹੀਆਂ ਨੇ। ਮਨੁੱਖ ਨਾਮ ਜਪਣ ਲਈ ਬਣਾਇਆ ਸੀ, ਇਹ ਨਹੀਂ ਕਰ ਰਿਹਾ। ਬਸ ਇਹ ਜੀਵਨ ਖਰਾਬ ਕਰ ਰਿਹਾ ਆਪਣਾ ਸਾਰਾ। ਜਦੋਂ ਉਹ ਕੰਮ ਨਹੀਂ ਕਰਦਾ ਤੇ ਹੋਰ ਕਰਮ ਕਰੀ ਜਾਂਦਾ, ਮਨਮੁਖ ਮਨ ਦੇ ਪਿੱਛੇ ਲੱਗ ਕੇ ਹੋਰ ਕਰਮ ਕਰੀ ਜਾਂਦਾ, ਤਾਂ ਉਹਨੂੰ ਦਰਗਾਹ ਦੇ ਵਿੱਚ, ਵਾਹਿਗੁਰੂ ਦੇ ਘਰ ਦੇ ਵਿੱਚ ਸਜ਼ਾ ਮਿਲਦੀ ਹੈ। ਉਹਨੂੰ ਦੁਰਕਾਰਿਆ ਜਾਂਦਾ ਵੀ ਤੂੰ ਜਿਸ ਕੰਮ ਲਈ ਭੇਜਿਆ ਗਿਆ ਸੀ ਉਹ ਕੀਤਾ ਨਹੀਂ। ਤੇ ਉਹ ਕੰਮ ਕਿਵੇਂ ਹੋਏਗਾ ਜਿਹੜਾ ਧੁਰਾ ਹੈ ਸ਼ਬਦ ਦਾ। ਮਨ ਰੇ ਦੂਜਾ ਭਾਉ ਚੁਕਾਏ। ਹੇ ਗੁਰੂ ਕੇ ਸਿਖਾ, ਇਹ ਕੰਮ ਤਾਂ ਹੋ ਸਕਣਾ ਜੇ ਮਨ ਦੇ ਵਿੱਚੋਂ ਦਵੈਤ ਭਾਵਨਾ ਨੂੰ ਦੂਰ ਕਰੇਗਾ, ਇੱਕ ਮਨ ਹੋ ਕੇ ਜਿੱਦਾਂ ਤੁਰੇਗਾ। ਜੋ ਇੱਕ ਮਨ ਇੱਕ ਚਿੱਤ ਅਰਾਧ ਦੇ ਸੇ ਵਿਰਲੇ ਥੋੜੇ। ਮਨ ਅੱਗੇ ਪਿੱਛੇ ਹੁੰਦਾ। ਇੱਕ ਮੈਂ ਵਿਚਾਰ ਤੁਹਾਡੇ ਨਾਲ ਰੱਖੀ ਸੀ ਵੀ ਹਿਰਦਾ ਕਿੱਥੇ ਹੈ। ਹੁਣ ਇਹ ਵਿਚਾਰ ਇਸ ਤਰ੍ਹਾਂ ਦੀ ਚੀਜ਼ ਹੈ, ਧਿਆਨ ਕਈ ਪਾਸੇ ਹੁੰਦਾ ਵੀ ਸ਼ਬਦ ਵੀ ਪੂਰਾ ਕਰਨਾ ਹੈ ਤੇ ਟਾਈਮ ਦੇ ਵਿੱਚ ਰਹਿ ਕੇ ਕਰਨਾ। ਉਹ ਆਪਾਂ ਕੱਲ੍ਹ ਗੁਰੂ ਸਾਹਿਬ ਕਿਰਪਾ ਕਰਨ ਵਿਚਾਰ ਕਰਾਂਗੇ ਵੀ ਹਿਰਦਾ ਕੀ ਚੀਜ਼ ਹੈ, ਕਿੱਥੇ ਹੈ, ਸ਼ਬਦ ਹਿਰਦੇ ਵਿੱਚ ਕਿਵੇਂ ਵੱਸਦਾ। ਇੱਥੇ ਗੁਰੂ ਸਾਹਿਬ ਕਹਿ ਰਹੇ ਹਨ ਕਿ ਜੋ ਦਵੈਤ ਹੈ ਮਨ ਦੀ, ਜੋ ਦੁਬਦਾ ਹੈ ਉਹ ਭਾਵਨਾ, ਦਵੈਤ ਦੁਬਦਾ ਨੂੰ ਦੂਰ ਕਰ। ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ। ਉਹਦੇ ਨਾਲ ਕੀ ਹੋਵੇਗਾ? ਜਿੱਦਣ ਦਵੈਤ ਮਿਲ ਗਈ, ਮਨ ਦੇ ਸੁਰਾਖ ਖਤਮ ਹੋ ਗਏ, ਮਨ ਦਾ ਖਿੰਡਾਵ ਖਤਮ ਹੋ ਗਿਆ। ਉਸ ਦਿਨ ਅਕਾਲ ਪੁਰਖ ਅੰਦਰ ਲਗਾਤਾਰ ਵਾਸਾ ਕਰਨਾ ਸ਼ੁਰੂ ਕਰ ਦੇਗਾ। ਇੱਕ ਹੁੰਦਾ ਹੈ ਆਉਣਾ ਤੇ ਚਲੇ ਜਾਣਾ 2 ਦਿਨਾਂ ਲਈ, 4 ਦਿਨਾਂ ਲਈ। ਇੱਕ ਹੁੰਦਾ ਲਗਾਤਾਰ ਰਹਿਣਾ। ਵਸਣ ਦਾ ਮਤਲਬ ਹੈ ਅੰਤਰ ਤੇਰਾ ਹਰ ਵਸੈ, ਲਗਾਤਾਰ ਰਹਿੰਦਾ 24 ਘੰਟੇ, ਲਗਾਤਾਰਤਾ ਬਣ ਗਈ। ਗੁਰ ਸੇਵਾ ਸੁਖ ਪਾਏ। ਔਰ ਉਹ ਗੁਰੂ ਦੀ ਸੇਵਾ ਕਰਕੇ, ਗੁਰੂ ਦੇ ਹੁਕਮ ਦਾ ਸੇਵਨ ਕਰਕੇ ਜੀਵਨ ਦੇ ਵਿੱਚ, ਗੁਰੂ ਦੀ ਸੇਵਾ, ਗੁਰਸਿੱਖਾਂ ਦੀ ਸੇਵਾ ਕਰਕੇ ਉਹ ਜੀਵਨ ਸਫਲ ਕਰ ਲੈਂਦਾ ਹੈ। ਰਹਾਉ ਸੱਚ ਬਾਣੀ ਸੱਚ ਸ਼ਬਦ ਹੈ,
ਜਾਂ ਸੱਚ ਧਰੇ ਪਿਆਰ। ਜੇ ਸੱਚੇ ਨਾਮ ਦੇ ਵਿੱਚ ਸੁਰਤ ਜੋੜ ਕੇ ਗੁਰੂ ਕਾ ਸਿੱਖ ਨਾਮ ਜਪੇ ਤੇ ਉਹਦੀ ਬਾਣੀ ਦੇ ਵਿੱਚੋਂ ਸੱਚ ਪ੍ਰਗਟ ਹੋਣ ਲੱਗ ਪੈਂਦਾ। ਉਹਦੇ ਬੋਲਾਂ ਦੇ ਨਾਲ ਲੋਕਾਂ ਦੇ ਜੀਵਨ ਬਦਲਣ ਲੱਗ ਪੈਂਦੇ ਆ। ਜੇ ਸੱਚ ਨੂੰ ਪਿਆਰ ਕਰਦਾ ਨਾ, ਇੱਕ ਹੁੰਦਾ ਵੀ ਪੜ੍ਹਨਾ, ਸੁਣਨਾ, ਸਮਝਣਾ, ਉਹ ਆਪਾਂ ਗੱਲ ਕਰ ਚੁੱਕੇ ਪਹਿਲਾਂ। ਇੱਕ ਹੁੰਦਾ ਪਿਆਰ ਕਰਨਾ। ਜਦੋਂ ਸੱਚ ਨੂੰ, ਸੱਚੇ ਨਾਮ ਨੂੰ, ਯਾਨੀ ਕਿ ਗੁਰੂ ਕੀ ਬਾਣੀ, ਗੁਰੂ ਕੇ ਸ਼ਬਦ ਨੂੰ ਗੁਰੂ ਕਾ ਸਿੱਖ ਪਿਆਰ ਕਰਦਾ ਤਾਂ ਉਹਦੀ ਬਾਣੀ ਦੇ ਵਿੱਚ ਸੱਚ ਪ੍ਰਗਟ ਹੋਣ ਲੱਗ ਪੈਂਦਾ ਹੈ। ਸੱਚ ਬਾਣੀ, ਸੱਚ ਸ਼ਬਦ ਹੈ ਤੇ ਸੱਚਾ ਸ਼ਬਦ ਉਹਦੇ ਅੰਦਰ ਜੋ ਗੁਪਤ ਸੀ, ਜੋ ਗੁਪਤ ਨਾਮ ਪਰ ਗਾਂਝਾ ਮਹਾਰਾਜ ਕਹਿੰਦੇ ਹਨ, ਉਹ ਪ੍ਰਗਟ ਹੋ ਜਾਂਦੀ ਹੈ ਜੋਤ ਉਹਦੇ ਅੰਦਰ। ਹਰ ਕਾ ਨਾਮ ਮਨ ਵਸੈ, ਹਉ ਮੈਂ ਕ੍ਰੋਧ ਨਿਵਾਰ। ਇਹ ਨਾਮ ਦੇ ਵਸਣ ਦੀ ਨਿਸ਼ਾਨੀ ਹੈ ਕਿ ਉਹਦੇ ਜੀਵਨ ਦੇ ਵਿੱਚੋਂ ਹਉਮੈ ਤੇ ਕ੍ਰੋਧ ਨਿਵਾਰ ਦਿੰਦਾ ਹੈ। ਨਾਮ ਜਿਹੜਾ ਦੂਰ ਕਰ ਦਿੰਦਾ ਹੈ। ਹਉਮੈ ਤੇ ਕ੍ਰੋਧ ਦੋਵੇਂ ਜੀਵਨ ਨੂੰ ਬੜਾ ਦੁਖੀ ਕਰਦੇ ਹਨ, ਸਾੜਦੇ ਹਨ। ਨਾਮ ਦੀ ਬਰਕਤ ਐਸੀ ਹੈ ਕਿ ਇਹਨਾਂ ਦੋਵਾਂ ਨੂੰ ਦੂਰ ਕਰ ਦਿੰਦਾ ਹੈ। ਫਿਰ ਕੀ ਹੁੰਦਾ ਅੱਗੇ? ਮਨ ਨਿਰਮਲ ਨਾਮ ਧਿਆਈਐ, ਤਾਂ ਪਾਏ ਮੋਖ ਦੁਆਰ। ਉਸ ਮਨ ਦੇ ਨਾਲ ਜੋ ਹੁਣ ਨਿਰਮਲ ਹੋ ਗਿਆ। ਬੰਦਗੀ ਦੋ ਤਰ੍ਹਾਂ ਦੀ ਹੈ, ਇੱਕ ਉਦੋਂ ਕੀਤੀ ਜਾਂਦੀ, ਇੱਕ ਬੰਦਗੀ ਜਿਹੜੀ ਥਾਂ ਪੈਂਦੀ ਹੈ ਉਹ ਉਦੋਂ ਹੁੰਦੀ ਜਦੋਂ ਮਨ ਸਾਫ਼ ਹੋ ਜਾਂਦਾ ਤੇ ਫਿਰ ਸਾਫ਼ ਹੋਇਆ ਮਨ ਬੰਦਗੀ ਕਰਦਾ, ਉਹ ਵੀ ਬੰਦਗੀ ਹੈ। ਉਹਦੇ ਵਿੱਚ ਫਿਰ ਕਲਾ ਵਰਤਦੀਆਂ ਹਨ ਬਹੁਤੀਆਂ ਜ਼ਿਆਦੀਆਂ ਜਿਹੜੀਆਂ। ਇਸ ਲਈ ਦੋਵੇਂ ਅਵਸਥਾ ਦੇ ਵਿੱਚ ਹੀ ਨਾਮ ਜਪਦਾ ਸਿੱਖ। ਮਨ ਨਿਰਮਲ ਨਾਮ ਧਿਆਈਏ। ਹੁਣ ਮਨ ਨਿਰਮਲ ਹੋ ਗਿਆ ਤੇ ਉਹਦੇ ਨਾਲ ਜਦੋਂ ਨਾਮ ਧਿਆਇਆ ਜਾਂਦਾ ਤਾਂ ਮੋਖ ਦੁਆਰ, ਮੋਖ ਮੈਨੇ ਮੋਕਸ਼, ਯਾਨੀ ਕਿ ਬੰਧਨਾਂ ਦਾ ਕੱਟਿਆ ਜਾਣਾ। ਮੋਖ ਮੈਨੇ ਮੋਹ, ਮੈਨੇ ਮੋਹ, ਖੈ ਮੈਨੇ ਖੈ ਹੋ ਜਾਣਾ, ਨਾਸ਼ ਹੋ ਜਾਣਾ, ਮੋਹ ਦਾ ਨਾਸ਼ ਹੋ ਜਾਣਾ। ਅਟੈਚਮੈਂਟ ਜਿਹੜੀ ਹੈ ਪਦਾਰਥਾਂ ਦੀ ਉਹਦੀ ਖਤਮ ਹੋ ਜਾਂਦੀ ਹੈ। ਹਉਮੈ ਵਿੱਚ ਜਗ ਬਿਨਸਦਾ, ਮਰ ਜੰਮੈ ਆਵੈ ਜਾਏ। ਇਹ ਸਾਰਾ ਸੰਸਾਰ ਕਾਹਦੇ, ਕਿਸ ਕਰਕੇ ਜਨਮ ਮਰਨ ਦੇ ਗੇੜ ਵਿੱਚ ਮਨੁੱਖ ਪਿਆ ਹੋਇਆ? ਇਹਦੇ ਪਿੱਛੇ ਹਉਮੈ ਕੰਮ ਕਰਦੀ ਹੈ। ਹਉਮੈ ਤੋਂ ਅੱਗੇ ਉਹ ਸਾਰੀਆਂ ਚੀਜ਼ਾਂ ਇਹਨੂੰ ਜਨਮ ਮਰਨ ਦੇ ਚੱਕਰ ਵਿੱਚ ਪਾਉਂਦੀਆਂ ਹਨ। ਔਰ ਇਹ ਜੰਮਦਾ ਰਹਿੰਦਾ ਹੈ ਤੇ ਮਰਦਾ ਰਹਿੰਦਾ ਹੈ, ਵਾਰ-ਵਾਰ ਭਟਕਦਾ ਰਹਿੰਦਾ ਹੈ। ਮਨ ਮੁਖ ਸ਼ਬਦ ਨਾ ਜਾਣਨੀ, ਜਾਸਨ ਪਤ ਗਵਾਏ। ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ ਉਹ ਸ਼ਬਦ ਦੀ ਹੋਂਦ ਨੂੰ ਪਹਿਚਾਣਦੇ ਨਹੀਂ। ਸ਼ਬਦ ਕੀ ਹੈ? ਇੱਕ ਸ਼ਬਦ ਸਰਗੁਣ ਸਰੂਪ ਦੇ ਵਿੱਚ ਬਾਹਰੀ ਤੌਰ 'ਤੇ ਗੁਰਬਾਣੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਇੱਕ ਨਿਰਗੁਣ ਸਰੂਪ ਦੇ ਵਿੱਚ ਸਾਡੇ ਸੁਭਾਅ ਵਿੱਚ ਵਸਦਾ, ਜਦੋਂ ਫਿਰ ਹਿਰਦੇ ਵਿੱਚ ਵਸਦਾ, ਫਿਰ ਆਤਮਾ ਦੇ ਤਲ 'ਤੇ ਵਸਦਾ। ਅਲੱਗ-ਅਲੱਗ ਲੇਵਲ ਨੇ, ਅਲੱਗ-ਅਲੱਗ ਅਵਸਥਾਵਾਂ ਨੇ। ਜਿਹੜੇ ਇਹਨਾਂ ਗੱਲਾਂ, ਇਹਨਾਂ ਚੀਜ਼ਾਂ ਨੂੰ ਨਹੀਂ ਕਮਾਉਂਦੇ ਉਹ ਆਪਣੀ ਇੱਜ਼ਤ ਗਵਾ ਕੇ ਮਹਾਰਾਜ ਕਹਿੰਦੇ ਜਾਂਦੇ ਹਨ। ਗੁਰ ਸੇਵਾ ਨਾਹੂ ਪਾਈਐ, ਸੱਚੇ ਰਹਿ ਸਮਾਏ। ਗੁਰੂ ਦੀ ਸੇਵਾ ਕਰਨ ਕਰਕੇ ਨਾਉ ਦੀ ਪ੍ਰਾਪਤੀ ਹੁੰਦੀ। ਕਿਤੇ ਕਿਤੇ ਸ਼ਬਦ ਮਹਾਰਾਜ ਨੇ ਨਾਉ ਵਰਤਿਆ। ਨਾਉ ਦਾ ਮਤਲਬ ਹੈ ਨਾਮ ਜਦੋਂ ਅਰੂਪ ਹੋ ਜਾਂਦਾ ਹੈ, ਸਾਡੇ ਅੰਦਰ ਵਸ ਜਾਂਦਾ ਹੈ। ਇੱਕ ਰੂਪਮਾਨ ਨਾਮ ਹੈ, ਤੁਸੀਂ ਦੀਵਾਰ 'ਤੇ ਲਿਖ ਸਕਦੇ ਹੋ, ਕਿਤੇ ਤੁਸੀਂ ਸ਼ਬਦ ਲਿਖ ਸਕਦੇ ਹੋ, ਉਹ ਨਾਉ ਹੈ। ਤੇ ਸੱਚੇ ਵਾਹਿਗੁਰੂ ਦੇ ਅੰਦਰ ਉਸ ਗੁਰਮੁਖ ਦੀ ਸੁਰਤੀ ਸਮਾਈ ਰਹਿੰਦੀ ਹੈ। ਮਹਾਰਾਜ ਅੱਗੇ ਉਪਦੇਸ਼ ਕਰਦੇ, ਕਹਿੰਦੇ ਸ਼ਬਦ ਮੰਨਿਆ ਗੁਰ ਪਾਈਐ, ਵਿੱਚੋਂ ਆਪ ਗਵਾਏ। ਜੇ ਕਿਤੇ ਕਿਰਪਾ ਹੋ ਜਾਏ, ਗੁਰੂ ਦੇ ਸ਼ਬਦ ਨੂੰ ਮਨਨ ਕਰ ਲਈਏ, ਮਨੌਤ ਵਿੱਚ ਲੈ ਆਈਏ ਪੱਕੇ ਤੌਰ 'ਤੇ। ਮਹਾਰਾਜ ਵਾਰ-ਵਾਰ ਮੰਨਣ ਦੀ ਗੱਲ ਕਰਦੇ ਨੇ। ਮੰਨਣ ਦਾ ਮਤਲਬ ਹੈ ਸੁਚੇਤਨ ਮਨ ਵਿੱਚ ਵੀ ਮੰਨ ਲੈਣਾ ਤੇ ਅਚੇਤਨ ਵਿੱਚ ਵੀ ਮੰਨ ਲੈਣਾ। ਅਚੇਤਨ ਦੇ ਵਿੱਚ ਮਨ ਦੇ ਡੂੰਘੇ ਥਾਂ 'ਤੇ ਗੁਰੂ ਦੀ ਗੱਲ ਨੂੰ ਸੱਚ ਜਾਣਨਾ। ਬਾਕੀ ਗੱਲਾਂ ਸੁਣਨੀਆਂ ਜ਼ਰੂਰ, ਪਰ ਕਹਿਣਾ ਵੀ ਇਹ ਸਾਰਾ ਫੋਕ ਹੀ ਹੈ, ਸਾਰਾ ਤੂੜੀ ਹੈ। ਸਾਰੀ ਗੱਲ ਗੁਰੂ ਦੀ ਸੱਚ ਨੂੰ ਪਤਾ ਹੈ। ਜੋ ਮਹਾਰਾਜ ਦੀ ਬਾਣੀ ਨੇ ਉਪਦੇਸ਼ ਦਿੱਤਾ ਹੈ
यही एक भजन राम को सही, ਉਹੀ चीज़ सही है। बाकी चीज़ां इत्थे जीवन ਨੂੰ ਅੱਗੇ ਤੋਰਨ ਵਾਸਤੇ ਹਨ, ਸਿਰਫ ਅੱਗੇ ਲੈ ਕੇ ਜਾਣ ਹਨ, ਸਰੀਰ ਦੀ ਉਮਰ ਅੱਗੇ ਵਧਾ ਰਹੀਆਂ ਹਨ ਚੀਜ਼ਾਂ ਜਿਹੜੀਆਂ। ਤਾਂ ਸ਼ਬਦ ਮੰਨਿਆ ਗੁਰ ਪਾਈਐ, ਉਹ ਅੰਤਰੀਵ ਜਿਹੜਾ ਨਿਰਗੁਣ ਸਰੂਪ ਹੈ ਸ਼ਬਦ ਦਾ, ਗੁਰ ਸ਼ਬਦ ਦਾ ਅਰਥ ਨਿਯਮ ਵੀ ਹੈ, ਉਹਦੀ ਪ੍ਰਾਪਤੀ ਕਰਦਾ, ਹੁਕਮ ਰੂਪੀ ਗੁਰੂ ਸਰੂਪ ਨੂੰ ਪ੍ਰਾਪਤ ਕਰ ਲੈਂਦਾ ਔਰ ਵਿੱਚੋਂ ਜਿਹੜੀ ਹਉਮੈ ਹੈ ਉਸ ਨੂੰ ਗਵਾ ਦਿੰਦਾ ਹੈ। ਅਨ ਦਿਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਏ। ਅਨ ਦਿਨ ਭਗਤ ਕਰੇ ਸਦਾ ਲਗਾਤਾਰ। ਇਹ ਗੱਲ ਸਦਾ ਜਿਹੜੀ ਬਹੁਤ ਵਾਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਆਈ। ਚੀਜ਼ ਉਹੀ ਅਸਰ ਕਰੇਗੀ ਜੀਵਨ 'ਤੇ ਜੋ ਸਾਡੇ ਮਨ ਵਿੱਚ ਸਦਾ ਚੱਲਦੀ ਹੈ। ਜੋ ਘੰਟਾ ਚੱਲਦੀ ਹੈ ਜਾਂ 2 ਚੱਲਦੀ ਹੈ ਆਪਣਾ ਅਸਰ ਜ਼ਰੂਰ ਕਰੇਗੀ, ਪਰ ਪੂਰਾ ਜੀਵਨ ਨੂੰ ਪਕੜੇਗੀ ਨਹੀਂ। ਉਹ ਹੁਣ 22 ਘੰਟੇ ਤੇ ਸੰਸਾਰ ਚੱਲਦਾ ਅੰਦਰ, ਤੇ ਜੇ 1 ਘੰਟਾ ਬਾਣੀ ਵੀ ਚੱਲ ਗਈ ਤੇ ਫਿਰ ਉਧਰ 23 ਘੰਟੇ ਨੇ, ਇੱਧਰ 1 ਘੰਟਾ ਰਹਿ ਗਿਆ, ਕਿਵੇਂ ਕੰਮ ਚੱਲੇਗਾ? ਨਹੀਂ, ਲਗਾਤਾਰਤਾ ਚਾਹੀਦੀ ਹੈ, ਕੰਟੀਨਿਊਟੀ ਦੀ ਲੋੜ ਹੈ। ਤਾਂ ਇੱਥੇ ਕਹਿੰਦੇ ਸਦਾ, ਅਨ ਦਿਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਏ। ਲਿਵ ਲਾ ਕੇ ਕਰੇ, ਲਿਵ ਮਤਲਬ ਅਡੋਲਤਾ ਦੇ ਨਾਲ, ਬੇਪਰਵਾਹ ਹੋ ਕੇ, ਬੇਖੌਫ ਹੋ ਕੇ, ਇਸ ਤਰ੍ਹਾਂ ਲਿਵ ਲਾ ਕੇ ਜਿਨ੍ਹਾਂ ਨੇ ਭਗਤੀ ਕੀਤੀ ਹੈ ਉਹਨਾਂ ਨੂੰ ਪ੍ਰਾਪਤੀ ਕੀ ਹੋਈ ਹੈ? ਮਹਾਰਾਜ ਕਹਿੰਦੇ ਨਾਮ ਪਦਾਰਥ ਮਨ ਵਸਿਆ, ਨਾਨਕ ਸਹਿਜ ਸਮਾਏ। ਉਹਨਾਂ ਦੇ ਮਨ ਦੇ ਵਿੱਚ, ਇੱਥੇ ਨਾਮ ਨੂੰ ਗੁਰੂ ਸਾਹਿਬ ਨੇ ਪਦਾਰਥ ਕਿਹਾ। ਪਦਾਰਥ ਤਾਂ ਕਿਹਾ ਹੈ ਵੀ ਨਾਮ ਦੀ ਇੱਕ ਬਕਾਇਦਾ ਹੋਂਦ ਹੈ, ਨਾ ਕਿ ਨਾਮ ਇੱਕ ਸਿਰਫ ਵਿਚਾਰਧਾਰਾ ਦਾ ਨਾਂ ਹੈ। ਪਦਾਰਥ ਸ਼ਬਦ ਤਾਂ ਵਰਤਿਆ ਕਿ ਉਹ ਇੱਕ ਹੋਂਦ ਵਾਲੀ ਵਸਤੂ ਹੈ, ਉਹ ਇੱਕ ਕਿਣਕਾ ਹੈ, ਉਹ ਇੱਕ ਨੂਰ ਹੈ, ਉਹ ਇੱਕ ਪਿਆਰ ਹੈ, ਉਹ ਇੱਕ ਜਜ਼ਬਾ ਹੈ, ਉਹ ਇੱਕ ਜਜ਼ਬਾਤ ਹੈ। ਨਾਮ ਜਿਹੜਾ ਹੈ ਉਹ ਕੋਈ ਕੱਲੀਆਂ ਵਿਚਾਰਾਂ ਨਹੀਂ ਹਨ, ਉਹ ਕੋਈ ਕੱਲੀਆਂ ਗੱਲਾਂ ਨਹੀਂ ਹਨ। ਉਹ ਜਿਹੜਾ ਨਾਮ ਹੈ ਉਹ ਪਦਾਰਥ ਹੈ। ਨਾਮ ਪਦਾਰਥ ਮਨ ਵਸਿਆ। ਜਿਨ੍ਹਾਂ ਗੁਰਮੁਖਾਂ ਦੇ ਮਨ ਵਿੱਚ ਨਾਮ ਪਦਾਰਥ ਸਦਾ ਵਾਸਤੇ ਟਿਕਾਣਾ ਕਰ ਲੈਂਦਾ, ਨਾਨਕ ਸਹਿਜ ਸਮਾਏ। ਉਹ ਜਿਹੜੇ ਗੁਰਮੁਖ ਨੇ ਉਹ ਸਹਿਜ ਅਵਸਥਾ ਦੇ ਵਿੱਚ ਸਮਾ ਜਾਂਦੇ, ਯਾਨੀ ਕਿ ਅਕਾਲ ਪੁਰਖ ਦਾ ਰੂਪ ਹੋ ਜਾਂਦੇ, ਆਪਣੇ ਅਸਲੀ ਮੂਲ ਰੂਪ ਵਿੱਚ ਆ ਜਾਂਦੇ ਹਨ। ਜੋ ਸਾਡਾ ਸ਼ੁੱਧ ਸਰੂਪ ਹੈ, ਆਤਮ ਸਰੂਪ ਹੈ, ਉਹਦੇ ਵਿੱਚ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਉਹ ਗੁਰੂ ਕੇ ਸਿੱਖ ਪਹੁੰਚ ਜਾਂਦੇ ਹਨ। ਸੋ ਇਹ ਵਿਚਾਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਸਤਿਗੁਰੂ ਕਿਰਪਾ ਕਰਨੇ ਵਿਚਾਰ ਜਿਹੜੀ ਭਾਵ ਜਿਹੜੀਆਂ ਗੱਲਾਂ ਹਨ ਗੁਰੂ ਦੀਆਂ ਸਾਡੇ ਮਨ ਵਿੱਚ ਵਸਣ। ਸੋ 2 ਦਿਨ ਹੋਰ ਆਪ ਜੀ ਦੇ ਚਰਨਾਂ ਵਿੱਚ ਤੇ ਸੇਵਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਹੈ ਪਰਸੋਂ, ਉਹਦੇ ਸੰਬੰਧ ਵਿੱਚ ਹੋਰ ਥਾਵਾਂ 'ਤੇ ਵੀ ਦੀਵਾਨ ਹਨ। ਸੋ ਜਿੱਥੇ ਜਿੱਥੇ ਸਮਾਂ ਮਿਲੇ ਮਹਾਰਾਜ ਕਿਰਪਾ ਕਰਨ ਆਪਣੀ ਸੇਵਾ ਕਰਵਾਉਣ। ਭੁੱਲਾਂ ਚੁੱਕਾਂ ਦੀ ਖਿਮਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।